ਕੈਪਟਨ ਸਾਹਿਬ ਦਾ ਜਾਣਾ, ਚਰਨਜੀਤ ਸਿੰਘ ਚੰਨੀ ਜੀ ਦਾ ਆਣਾ ਕਿਸ ਤਰੀਕੇ ਨਾਲ ਵੇਖਦੇ ਹੋ? ਕੈਪਟਨ ਅਮਰਿੰਦਰ ਸਿੰਘ ਨੇ ਤਾਂ ਦਿਲ ਤੋੜਿਆ ਹੀ ਸੀ, ਲੇਕਿਨ ਚੰਨੀ ਸਾਹਿਬ ਨੇ ਤਾਂ ਆਸਾਂ ਤੇ ਹੀ ਪਾਣੀ ਫੇਰਤਾ। ਏਪੀਐਸ ਦਿਓਲ ਦੀ ਨਿਯੁਕਤੀ ਹੋਣਾ ਤੇ ਇੱਕ ਤਰੀਕੇ ਨਾਲ ਪਹਿਲਾਂ ਸੁਮੇਧ ਸੈਣੀ ਦੇ ਜਿਹੜੇ ਉਹਨਾਂ ਦੇ ਨਾਲ ਲੜਦੇ ਸੀਗੇ, ਪਹਿਲੇ ਉਹਨਾਂ ਦੇ ਲਈ ਲੜਦੇ ਸੀ, ਅੱਜ ਉਹ ਸਰਕਾਰ ਦੇ ਲਈ ਲੜਨਗੇ। ਤੁਸੀਂ ਬੇਅਦਬੀ ਕਰਨ ਵਾਲੇ ਬਚਾਉਣ ਵਾਲੇ ਨਹੀਂ ਹੋ, ਲੇਕਿਨ ਹੁਣ ਤੱਕ ਦੇ ਜਿਹੜੇ ਕੰਮ ਹੈ ਤੁਹਾਡੇ 2-3 ਦਿਨ ਦੇ, ਉਹ ਇਹੀ ਦੱਸਦੇ ਆ ਕਿ ਤੁਸੀਂ ਬੇਅਦਬੀ ਦੇ ਵਾਸਤੇ ਬਿਲਕੁਲ ਸੀਰੀਅਸ ਨਹੀਂ। ਬੀਜੇਪੀ ਲੀਡਰ ਹਰਜੀਤ ਗਰੇਵਾਲ ਕਹਿੰਦੇ ਨੇ ਕਿ ਜਿਹੜੇ ਉੱਥੇ ਬੈਠੇ ਹੋਏ ਨੇ ਉਹ ਸਾਰੇ ਕਿਸਾਨੀ ਲੀਡਰ ਨਕਸਲਾਈਟ ਨੇ, ਕਮਿਊਨਿਸਟ ਨੇ, ਉਹ ਨੋਰਮਲ ਲੋਕ ਨਹੀਂ ਨੇ, ਅਨਪੜ੍ਹ ਨੇ ਤੇ ਬੇਵਕੂਫ ਨੇ। ਇਹ ਸਿਆਣੇ ਦਿੱਲੀ ਰਹਿ ਲਿਓ, ਫਿਰ ਤੂੰ ਪੰਜਾਬ ਨਾ ਆਇਓ। ਕੈਪਟਨ ਸਾਹਿਬ ਹੁਣ ਕਹਿ ਰਹੇ ਨੇ ਕਿ ਆਰ ਪਾਰ ਦੀ ਲੜਾਈ ਹੋਵੇਗੀ। ਕੈਪਟਨ ਸਾਹਿਬ ਰਾਜਾ ਨਹੀਂ ਰਹੇ, ਉਹ ਤਾਂ ਐਵੇਂ ਖੁਸ਼ਾਮਦ ਕਰਕੇ ਬਣਾ ਦਿੰਦੇ ਲੋਕ। ਐਮਐਲਏ ਕੋਲ ਇੰਨੀ ਪਾਵਰ ਵੀ ਨਹੀਂ ਹੈਗੀ ਕਿ ਆਪਣੀ ਕੌਨਸਟੀਚੁਐਂਸੀਜ਼ ਜਿਹੜਾ ਸਭ ਤੋਂ ਵੱਡਾ ਕਾਂਡ ਹੋਇਆ, ਆਪਣੇ ਗੁਰੂ ਦੀ ਬੇਦਬੀ, ਉਹਦੇ ਲਈ ਹੱਕ ਦੇ ਲਈ ਇਨਸਾਫ ਲੈ ਸਕੇ। ਜੇ ਸਾਡੇ ਕੋਲ ਕੋਈ ਪਾਵਰ ਹੁੰਦੀ ਤਾਂ ਹੁਣ ਨੂੰ ਤੇ ਹੱਲ ਹੋਇਆ ਹੋਣਾ ਸੀ। ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਪ੍ਰਵਾਨੀ ਅਨੇਜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਤੇ ਸਾਡੀ ਖਾਸ ਪੇਸ਼ਕਸ਼ 22 ਦਾ ਅਖਾੜਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀ ਸਿਆਸਤ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਪਾਰਾ ਲਗਾਤਾਰ ਚੜ੍ਹਦਾ ਜਾ ਰਿਹਾ ਹੈ। ਅੱਜ ਸਿਆਸਤ ਦੇ ਹੀ ਇੱਕ ਪੰਜਾਬ ਦੀ ਸਿਆਸਤ ਦੇ ਇੱਕ ਉਭਰੇ ਹੋਏ ਚਿਹਰੇ, ਇੱਕ ਸਿਆਸਤਦਾਨ, ਅੱਛੇ ਸਿਆਸਤਦਾਨ ਸਾਡੇ ਨਾਲ ਮੌਜੂਦ ਨੇ। ਸਾਡੇ ਨਾਲ ਨੇ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਤਾਰ ਸਿੰਘ ਸੰਧਵਾ ਜੀ। ਸਰ ਬਹੁਤ ਬਹੁਤ ਸਵਾਗਤ ਹੈ ਸਾਂਝਾ ਟੀਵੀ ਦਾ। ਬਹੁਤ ਬਹੁਤ ਧੰਨਵਾਦ ਜੀ। ਸੰਧਵਾ ਸਾਹਿਬ, ਇਸ ਵੇਲੇ ਤਾਂ ਗੱਲ ਸਭ ਤੋਂ ਪਹਿਲਾਂ ਕਰਦੇ ਹਾਂ ਕਿ ਨਵੇਂ ਮੁੱਖ ਮੰਤਰੀ ਬਣੇ ਨੇ ਪੰਜਾਬ ਦੇ ਚੰਨੀ ਸਾਹਿਬ, ਸਰਦਾਰ ਚਰਨਜੀਤ ਸਿੰਘ ਚੰਨੀ, ਤੇ ਕੈਪਟਨ ਸਾਹਿਬ ਦਾ ਜਾਣਾ, ਚਰਨਜੀਤ ਸਿੰਘ ਚੰਨੀ ਜੀ ਦਾ ਆਣਾ ਕਿਸ ਤਰੀਕੇ ਨਾਲ ਵੇਖਦੇ ਹੋ? ਪਹਿਲੀ ਨਜ਼ਰੇ ਤਾਂ ਮੈਨੂੰ ਅੱਛਾ ਲੱਗਿਆ ਕਿ ਜਿਹੜੀ ਗੱਲ ਸ਼ੁਰੂ ਕੀਤੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਦੇ ਬੱਚਿਆਂ ਦੀ ਕੁਰਬਾਨੀ ਦੇ ਕੇ ਲੱਖਾਂ ਸਿੱਖਾਂ ਦੀਆਂ ਕੁਰਬਾਨੀਆਂ ਦੇ ਕੇ ਕਿ ਇਨ ਗਰੀਬ ਸਿੱਖਨ ਕੋ ਦਊਂ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਕਿਤੇ ਨਾ ਕਿਤੇ ਉਹ ਗੱਲ ਪੂਰੀ ਹੁੰਦੀ ਨਜ਼ਰ ਆਈ। ਲੇਕਿਨ ਚੰਨੀ ਸਾਹਿਬ ਦੇ ਅਮਲਾਂ ਤੋਂ, ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਅਮਲਾਂ ਤੋਂ 1-2 ਦਿਨ ਦੇ ਵਿੱਚ ਹੀ ਬੜੀ ਜਲਦੀ ਹੈ ਇਹ ਕਲੀਅਰ ਹੋਣ ਲੱਗ ਪਿਆ ਵੀ ਇਹਨਾਂ ਦਾ ਕੰਮ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ, ਇਹਨਾਂ ਦਾ ਕੋਈ ਇਹਨਾਂ ਦਾ ਇਰਾਦਾ ਹੀ ਨਹੀਂ ਹੈ, ਸਿਰਫ ਥੀਏਟਰਿਕਸ ਵਿੱਚ ਵਿਸ਼ਵਾਸ ਰੱਖਦੇ ਆ। ਤਲਵੰਡੀ ਸਾਹਿਬ ਉਹ ਗਏ, ਅੱਛੀ ਗੱਲ ਹੈ, ਜਾਣਾ ਚਾਹੀਦਾ ਮੁੱਖ ਮੰਤਰੀ ਨੂੰ। ਜਾ ਕੇ ਵਾਪਸ ਆਉਂਦੇ ਆ, ਅਸਰ ਉਹਦੇ ਕੋਈ ਵੀ ਨਹੀਂ ਹੋਇਆ। ਇੱਕ ਕਿਸਾਨ, ਪ੍ਰਭਾਵਿਤ ਕਿਸਾਨ ਜਿਹੜਾ ਪੀਲੀ ਥੁੰਡੀ ਤੋਂ, ਉਹ ਆਤਮ ਹੱਤਿਆ ਕਰ ਜਾਂਦਾ। ਤੁਸੀਂ ਉੱਥੇ ਜਾ ਕੇ ਕੁਝ ਦੇ ਕੇ ਆਓ ਨਾ। ਬਿਆਨਬਾਜ਼ੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਕੀਤੀ ਹੈ, ਹੁਣ ਤਾਂ ਹੀ 5 ਸਾਲ ਬਿਆਨਬਾਜ਼ੀ ਕੀਤੀ ਉਹਨਾਂ ਨੇ। ਤੁਸੀਂ ਵੀ ਉਸੇ ਰਾਹ ਚੱਲ ਪਏ ਹੋ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਦਿਲ ਤੋੜਿਆ ਹੀ ਸੀ, ਲੇਕਿਨ ਚੰਨੀ ਸਾਹਿਬ ਨੇ ਤਾਂ ਆਸਾਂ ਤੇ ਹੀ ਪਾਣੀ ਫੇਰਤਾ। ਤੁਸੀਂ ਸਿਰਫ ਥੀਏਟਰਿਕਸ, ਜਿਹੜਾ ਕੁਝ ਤੁਹਾਨੂੰ ਪ੍ਰਸ਼ਾਂਤ ਕਿਸ਼ੋਰ ਨੇ ਦੱਸਤਾ ਤੁਸੀਂ ਉਹ ਕਰੀ ਜਾਂਦੇ ਹੋ। ਕੋਈ ਗਰਾਊਂਡ 'ਤੇ ਕਿਸੇ ਦੇ ਕੋਈ ਪੱਲੇ ਵੀ ਪਾਓ। ਉਹ ਤੁਸੀਂ ਕੁਰਸੀ ਤੇ ਹਿੱਸੇ ਦੀ ਲੜਾਈ, ਤੁਸੀਂ ਕਮਾਲ ਦੀ ਗੱਲ ਹੈ, ਤੁਸੀਂ 10 ਦਿਨ ਦੇ ਵਿੱਚ ਆਪਦੇ ਮੰਤਰੀ ਮੰਡਲ ਹੀ ਫਾਈਨਲ ਕਰ ਸਕੇ। ਕੀ ਤੁਸੀਂ ਦੱਸਣਾ ਕੀ ਚਾਹੁੰਦੇ ਹੋ? ਤੁਸੀਂ ਵਿਭਾਗ ਨਹੀਂ ਫਾਈਨਲ ਕਰ ਸਕੇ। ਇਹ ਤੁਹਾਡੀ ਕੁਰਸੀ ਦੀ ਲੜਾਈ ਇੰਨੀ ਜ਼ਿਆਦਾ ਮਾੜੀ ਹੈ। ਤੁਸੀਂ ਆਪਦੇ ਸਹੀ ਅਫਸਰ ਨਹੀਂ ਲਾ ਸਕੇ। ਇੱਕ ਲਾਤਾ, ਦੂਜਾ ਲਾਤਾ, ਫਿਰ ਲਾਤਾ। ਮਤਲਬ ਕੋਈ ਤਰੀਕਾ? ਹੀ ਇਜ਼ ਨਾਟ ਬਿਹੇਵਿੰਗ ਲਾਈਕ ਅ ਸੀਐਮ। ਹੀ ਇਜ਼ ਨਾਟ ਬਿਹੇਵਿੰਗ ਲਾਈਕ ਸੀਐਮ। ਨੋ। ਤੁਸੀਂ ਕਿਹਾ ਕਿ ਆਸਾਂ ਤੇ ਪਾਣੀ ਫੇਰਤਾ, ਹੈ ਨਾ?
ਸਰਦਾਰ ਚਰਨਜੀਤ ਸਿੰਘ ਚੰਨੀ ਨਾਲ ਇੱਕ ਆਸਾਂ ਬਜੀਆਂ ਸੀਗੀਆਂ, ਉਸ ਆਸਾਂ ਤੇ ਪਾਣੀ ਫੇਰਤਾ। ਕਿਸਾਨਾਂ ਦਾ ਜ਼ਿਕਰ ਕੀਤਾ ਕਿ ਜਾਓ ਤੇ ਕੁਝ ਐਲਾਨ ਕਰਕੇ ਆਓ, ਸਿਰਫ ਗੱਲਾਂ ਬਾਤਾਂ ਨਾਲ ਜਾਂ ਬਿਆਨਾਂ ਨਾਲ ਕੁਝ ਨਹੀਂ ਹੋਣਾ। ਉਹਨਾਂ ਨੇ ਐਲਾਨ ਕੀਤਾ ਕੱਲ ਰਾਤੀ, ਚੰਨੀ ਸਾਹਿਬ ਨੇ ਕਹਿੰਦੇ ਨੇ ਕਿ ਸੰਘਰਸ਼ ਦੌਰਾਨ, ਜਿਹੜਾ ਪਿਛਲੇ 10 ਕੁ ਮਹੀਨਿਆਂ ਤੋਂ ਸੰਘਰਸ਼ ਚੱਲ ਰਿਹਾ, ਕਿਸਾਨੀ ਸੰਘਰਸ਼, ਉਸ ਦੌਰਾਨ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ, ਜਿਹੜੇ ਕਿਸਾਨ ਭਰਾ ਮਰੇ ਨੇ, ਉਹ ਸ਼ਹੀਦ ਹੋਏ ਨੇ, ਉਹਨਾਂ ਦੇ ਵਾਰਸਾਂ ਨੂੰ ਘਰ ਘਰ ਜਾ ਕੇ ਹਰ ਮੰਤਰੀ, ਉਹਨਾਂ ਦਾ ਹਰ ਮੰਤਰੀ ਵਜ਼ੀਰ ਜਾ ਕੇ ਨੌਕਰੀ ਦਾ ਆਪ ਉਹਨਾਂ ਨੂੰ ਆਫਰ ਲੈਟਰ ਸੌਂਪ ਕੇ ਆਵੇ। ਬੀਬਾ ਜੀ, ਇਹਦੇ 'ਚ ਨਵਾਂ ਕੀ ਹੈ? ਇਹ ਤਾਂ ਕਿਸਾਨਾਂ ਨੇ ਆਪ ਸੰਘਰਸ਼ ਕਰਕੇ ਇਹਨਾਂ ਦੇ ਪਿਛਲੇ ਮੁੱਖ ਮੰਤਰੀ ਤੋਂ ਕਰਵਾਇਆ ਸੀ। ਉਹੀ ਬਿਆਨ ਦੁਬਾਰਾ ਦੇ ਦੇਣੇ, ਉਹਦੇ ਨਾਲ ਤਾਂ ਢਿੱਡ ਨਹੀਂ ਨਾ ਭਰਦਾ। ਤੁਸੀਂ ਕਰ ਕੀ ਰਹੇ ਹੋ? ਤੁਸੀਂ ਜ਼ਮੀਨ ਤੇ ਕੀ ਕਰ ਰਹੇ ਹੋ? ਤੁਸੀਂ ਸਾਨੂੰ ਇਹ ਦੱਸੋ। ਜਹਾਜ਼ ਲੈ ਕੇ ਤੁਰੇ ਫਿਰਨਾ, ਉਹਦੇ ਨਾਲ ਤਾਂ ਕੁਝ ਨਹੀਂ ਬਣਨਾ ਨਾ। ਤੁਸੀਂ ਮਤਲਬ ਕੀ ਇੱਕ ਗੇਮ ਖੇਡ ਰਹੇ ਹੋ? ਬਿਆਨ ਦੇਤਾ ਵੀ ਜਿਹੜੇ ਰੇਤੇ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਮਾਈਨਿੰਗ ਹੁੰਦੀ ਹੈ, ਉਹ ਜ਼ਿਮੀਂਦਾਰ ਵੀ ਰੇਤਾ ਕੱਢ ਸਕਣਗੇ। ਕੀ ਇੱਕ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਵੀ ਇਹ ਗੱਲ ਕੋਰਟ ਨੇ ਰੋਕ ਦੇਣੀ ਹੈ? ਉਹ ਜਿਹੜੇ ਜਿਨ੍ਹਾਂ ਨੂੰ ਠੇਕਾ ਦਿੱਤਾ, ਉਹ ਠੇਕੇਦਾਰ ਕੋਰਟ ਚਲੇ ਗਏ, ਕੋਰਟ ਨੇ ਸਟੇ ਲਾਤਾ। ਮਤਲਬ ਫਿਕਸ ਗੇਮ ਕਰਕੇ ਕਿ ਪੰਜਾਬ ਦੇ ਲੋਕਾਂ ਨੂੰ ਤੁਸੀਂ ਹੱਲੇ ਵੀ ਵਾਜੇ ਸਮਝਦੇ ਹੋ ਵੀ ਜਿਸ ਤਰ੍ਹਾਂ ਫੂਕ ਮਾਰੋਗੇ ਵੱਜ ਪੈਣਗੇ। ਅੱਛਾ, ਕਾਂਗਰਸ ਦੇ ਇਸ ਫੈਸਲੇ ਤੋਂ ਤੁਸੀਂ ਕਿੰਨਾ ਕੁ ਸਹਿਮਤ ਹੋ ਕਿ ਕੈਪਟਨ ਸਾਹਿਬ ਸਹੀ ਸੀਗੇ ਜਾਂ ਚਰਨਜੀਤ ਸਿੰਘ ਚੰਨੀ ਦਾ ਮੁੱਖ ਮੰਤਰੀ ਬਣਨਾ ਸਹੀ ਹੈ? ਦੇਖੋ ਜੀ, ਬਾਦਲਾਂ ਨੇ ਕੀਤਾ ਸੱਤਿਆਨਾਸ਼। ਕੈਪਟਨ ਅਮਰਿੰਦਰ ਸਿੰਘ ਤਾਂ ਉਹ ਇਕੱਲੇ ਸਿਸਵਾ ਫਾਰਮ ਦੇ ਸੀਐਮ ਲੱਗਦੇ ਸੀ, ਪੰਜਾਬ ਦੇ ਸੀਐਮ ਤਾਂ ਬਣੇ ਹੀ ਨਹੀਂ। ਉਹ ਗਏ ਹੀ ਨਹੀਂ ਪੰਜਾਬੀ, ਕਿਸੇ ਪੰਜਾਬੀ ਦੀ ਪਿੱਠ ਤੇ ਹੱਥ ਧਰਿਆ ਹੀ ਨਹੀਂ। ਕਿਸੇ ਦੁੱਖ ਦੀ, ਕਿਸੇ ਚਿੱਟੇ ਨਾਲ ਜਿਹੜਾ ਬੱਚਾ ਮਰ ਗਿਆ, ਉਹਦੀ ਮਾਂ ਦੇ ਸਿਰ ਤੇ ਹੱਥ ਧਰਿਆ ਜਾ ਕੇ। ਮਾਂ ਬਾਪ ਵਰਗਾ ਹੁੰਦਾ ਸਰਕਾਰ ਦਾ ਮੁਖੀ। ਲੋਕ ਉਹਦੇ ਵੱਲ ਬਹੁਤ ਉਮੀਦਾਂ ਨਾਲ ਦੇਖਦੇ ਆ। ਇੰਨਾ ਮਾੜਾ ਹਾਲ ਹੋ ਗਿਆ ਸੀ ਵੀ ਕਿਸਾਨ ਪਿਓ ਪੁੱਤ, ਸਕੇ ਪਿਓ ਪੁੱਤ ਆਤਮ ਹੱਤਿਆ ਕਰ ਜਾਂਦੇ ਔਰ ਨਾਂ ਲਿਖਦੇ ਮੁੱਖ ਮੰਤਰੀ ਦਾ ਸੁਸਾਈਡ ਨੋਟ ਦੇ ਵਿੱਚ। ਐਡਾ ਮਾੜਾ ਸੀਐਮ। ਸੋ ਬਾਦਲਾਂ ਨੇ ਕੀਤਾ ਸੱਤਿਆਨਾਸ਼, ਇਹਨਾਂ ਨੇ ਕੀਤਾ ਸਵਾ ਸੱਤਿਆਨਾਸ਼। ਹੁਣ ਚੰਨੀ ਸਾਹਿਬ ਆ ਕੇ ਤਾਂ ਬੇੜਾ ਗਰਕ ਕਰਨ ਲੱਗੇ। ਮੈਨੂੰ ਲੱਗਦਾ ਤੁਸੀਂ ਉਹ ਕੋਈ ਚੱਜ ਦਾ ਕੰਮ ਵੀ ਕਰ ਲਓ। ਬੇਅਦਬੀ ਕਿੱਡਾ ਵੱਡਾ ਇਸ਼ੂ ਆ ਸਾਡਾ। ਜਿਹੜੇ ਬੱਚਿਆਂ ਨੂੰ ਰੁਪਿੰਦਰ ਤੇ ਜਸਵਿੰਦਰ, ਜਿਹੜੇ 5 ਗਰਾਈ ਦੇ ਨੇ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਖਿਲਰੇ ਹੋਏ ਅੰਗਾਂ ਨੂੰ ਸਾਂਭਣ ਦਾ ਕੰਮ ਕੀਤਾ ਸੀ, ਉਹਨਾਂ ਨੂੰ ਸੁਖਬੀਰ ਬਾਦਲ ਦੇ ਕਹਿਣ ਤੇ ਇੱਕ ਅਫਸਰ ਨੇ ISI ਦੇ ਏਜੰਟ ਦੱਸਿਆ, ਉਹਨਾਂ ਤੇ ਪਰਚੇ ਦਰਜ ਕੀਤੇ। ਆਸਟ੍ਰੇਲੀਆ 'ਚ ਬੈਠੇ ਸਾਡੇ ਬੱਚਿਆਂ ਨੂੰ ISI ਦੇ ਏਜੰਟ ਗਰਦਾਨਿਆ। ਉਸ ਅਫਸਰ ਇਕਬਾਲਪ੍ਰੀਤ ਸਹੋਤਾ ਨੂੰ ਚੱਕ ਕੇ DGP ਲਾਉਂਦਾ। ਇਹ ਕਿਹੜੀ ਸਰਕਾਰ ਹੋਈ? ਇਹਨਾਂ ਤੋਂ ਆਸ ਕਰ ਸਕਦੇ ਅਸੀਂ ਵੀ ਬੇਅਦਬੀ ਦਾ ਇਹ ਹੱਲ ਕਰਨਗੇ? ਤੇ ਅੱਜ ਤੁਸੀਂ ਦੇਖ ਲਓ, ਜਿਸ ਬੰਦੇ ਨੇ ਪੰਜਾਬ ਦੇ ਵਿੱਚ ਦੇਖਿਆ ਹੀ ਨਹੀਂ, ਕਿਸੇ ਨਾਲ ਭੇਦਭਾਵ ਨਹੀਂ ਕੀਤਾ, ਲੁੱਟਣ ਲਈ, ਮਾਰਨ ਲਈ, ਸਾਡੇ ਬੱਚਿਆਂ ਦਾ ਸ਼ਿਕਾਰ ਕੀਤਾ, ਆਪਦੀ ਰਿਸ਼ਤੇਦਾਰੀਆਂ ਕਿਹੜ ਕੱਢਣਾ ਅਤੇ ਲੋਕਾਂ ਨੂੰ ਬੋਇਲਰਾਂ 'ਚ ਸਿੱਟ ਕੇ ਕਤਲ ਕੀਤਾ, ਪੂਲੇ ਵਰਗੇ ਨਿੰਗ ਤੋਂ ਹਾਈ ਕੋਰਟ ਦੇ ਜੱਜਾਂ ਨੂੰ ਧਮਕੀਆਂ ਦਵਾਈਆਂ, ਉਸ ਬੰਦੇ ਨੂੰ ਡਿਫੈਂਡ ਕਰਨ ਵਾਲੇ ਵਕੀਲ ਨੂੰ ਤੁਸੀਂ ਐਡਵੋਕੇਟ ਜਨਰਲ ਲਾਓਗੇ? ਇਹ ਕਿੱਥੋਂ ਦੀ ਤੁਹਾਡੀ ਦੂਰਦੇਸ਼ੀ ਹੈ? ਇਹ ਲੀਗਲੀ ਵੀ ਠੀਕ ਨਹੀਂ ਹੈ। ਕਿਉਂਕਿ ਜਿਹੜਾ ਕੇਸ ਬੇਅਦਬੀ ਦਾ ਕੇਸ ਹੈ, ਜਦੋਂ ਕ੍ਰਿਸ਼ਨ ਭਗਵਾਨ ਸਿੰਘ ਦੀ ਡੈਥ ਹੋਈ ਹੈ, ਜਦੋਂ ਡੈਥ ਹੋਈ ਸੁਖਰਾਜ ਸਿੰਘ ਦੀ ਪੁਲਿਸ ਦੀ ਗੋਲੀ ਦੇ ਨਾਲ, ਉਦੋਂ DGP ਕੌਣ ਸੀ? ਸੁਮੇਧ ਸਿੰਘ ਸੈਣੀ। ਔਰ ਉਹਨੂੰ ਡਿਫੈਂਡ ਕਰਨ ਵਾਲਾ ਉਹ ਗੋਲੀਕਾਂਡ ਦੇ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੜੇਗਾ। ਇਹ ਲੀਗਲੀ ਵੀ ਠੀਕ ਨਹੀਂ। ਇਹ ਪਤਾ ਨਹੀਂ ਕਿਹੜੇ ਰਾਹ ਤੁਰ ਪਈ ਹੈ ਸਰਕਾਰ। ਚੰਨੀ ਸਾਹਿਬ, ਤੁਸੀਂ ਮੁੱਖ ਮੰਤਰੀ ਪੰਜਾਬ ਦੇ ਹੋ। ਤੁਸੀਂ ਬਾਦਲਾਂ ਨੂੰ ਬਚਾਉਣ ਵਾਲੇ ਨੁਮਾਇੰਦੇ ਨਹੀਂ ਹੋ ਬਾਦਲਾਂ ਦੇ। ਤੁਸੀਂ ਸੈਣੀ ਦੇ ਪ੍ਰੋਟੈਕਟਰ ਨਹੀਂ ਹੋ। ਤੁਸੀਂ ਬੇਅਦਬੀ ਕਰਨ ਵਾਲੇ ਬਚਾਉਣ ਵਾਲੇ ਨਹੀਂ ਹੋ। ਲੇਕਿਨ ਹੁਣ ਤੱਕ ਦੇ ਜਿਹੜੇ ਕੰਮ ਹੈ ਤੁਹਾਡੇ 2-3 ਦਿਨ ਦੇ, ਉਹ ਇਹੀ ਦੱਸਦੇ ਆ ਕਿ ਤੁਸੀਂ ਬੇਅਦਬੀ ਦੇ ਵਾਸਤੇ ਬਿਲਕੁਲ ਸੀਰੀਅਸ ਨਹੀਂ। ਤੁਸੀਂ ਉਹਨਾਂ ਲੋਕਾਂ ਨੂੰ, ਕਾਤਲਾਂ ਨੂੰ ਬਚਾਉਣਾ ਚਾਹੁੰਦੇ ਹੋ। APS ਜ਼ੋਲ ਦੀ ਖਿਲਾਫਤ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਰ ਰਹੀ ਹੈ, ਲੇਕਿਨ ਸਰਕਾਰ ਤੋਂ ਮੰਗ ਕੀ ਕਰਦੀ ਹੈ ਕਿ ਹੁਣ ਕੋਈ ਸਟੈਪਸ ਚੱਕੇ ਜਾਣਗੇ? ਬਿਲਕੁਲ ਇਹਨੂੰ ਹਟਾਉਣਾ ਚਾਹੀਦਾ, ਤੇ ਨਹੀਂ ਤਾਂ ਫਿਰ ਪੰਜਾਬ ਦੇ ਲੋਕ ਇਹਨਾਂ ਤੋਂ ਹਿਸਾਬ ਲੈ ਲੈਣਗੇ। ਦਿਨ ਤਾਂ 90 ਹੀ ਰਹਿ ਗਏ ਆ। ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਲੜਾਈ ਲੜੇਗੀ, ਜਿਸ ਫੋਰਮ 'ਤੇ ਵੀ ਬਣੀ ਆ, ਜਿਸ ਤਰ੍ਹਾਂ ਵੀ ਹੋਇਆ। ਕਹਿੰਦੇ ਜੇ ਜੀਵ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਸੋ ਅਸੀਂ ਤਾਂ ਹਰਾਮਜ਼ਾਦੇ ਨਹੀਂ, ਅਸੀਂ ਤਾਂ ਗੁਰੂ ਦੇ ਹੁਕਮ 'ਚ ਚੱਲਣਾ। ਅਸੀਂ ਸੰਘਰਸ਼ ਕਰਾਂਗੇ। ਕਿਸਾਨੀ ਸੰਘਰਸ਼ ਨੂੰ ਲੈ ਕੇ ਭਾਰਤ ਬੰਦ ਹੋਇਆ 27 ਤਰੀਕ ਨੂੰ, ਵੈਸੇ ਤਾਂ ਮੁਕੰਮਲ ਤੌਰ 'ਤੇ ਰਿਹਾ ਕਿ
ਇਸ ਨੂੰ ਸਫਲਾ ਕਰਾਰ ਦਿੱਤਾ ਕਿ ਬਹੁਤ ਸਫਲਾ ਹੋਇਆ। 10 ਮਹੀਨੇ ਹੋ ਚੁੱਕੇ ਨੇ, ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋਈ। ਉਹਨਾਂ ਨੇ ਕਿਸਾਨਾਂ ਨੇ ਵੀ ਅਲਟੀਮੇਟਮ ਦਿੱਤਾ ਤੁਹਾਨੂੰ ਸਾਰੇ ਸਿਆਸਤਦਾਨਾਂ ਨੂੰ, ਲੀਡਰਸ਼ਿਪ ਨੂੰ, ਕਿ ਜਦ ਤੱਕ ਚੋਣ ਜ਼ਾਬਤਾ ਨਹੀਂ ਲੱਗਦਾ ਤੱਕ ਆਪਣੀ ਸਰਗਰਮੀਆਂ ਨੂੰ ਰੋਕ ਦਿੱਤਾ ਜਾਵੇ। ਲੇਕਿਨ ਸ਼੍ਰੋਮਣੀ ਅਕਾਲੀ ਦਲ ਤੇ ਕਿਸਾਨੀ ਸੰਘਰਸ਼ ਦੇ ਵਿਚਕਾਰ, ਕਿਸਾਨੀ ਲੀਡਰਸ ਦੇ ਵਿਚਕਾਰ ਇੱਕ ਟਸਲਬਾਜ਼ੀ ਵੇਖਣ ਨੂੰ ਮਿਲੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ। ਰਾਜੇਵਾਲ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ ਦੇ ਵਿੱਚ ਸਾਫ਼ ਤੌਰ ਤੇ ਬਿਆਨਬਾਜ਼ੀਆਂ ਦਾ ਦੌਰ ਵੇਖਣ ਨੂੰ ਮਿਲਿਆ। ਤੁਸੀਂ ਉਸ ਚੀਜ਼ ਨੂੰ ਕਿਸ ਤਰੀਕੇ ਵੇਖਦੇ ਹੋ? ਦੇਖੋ ਬੀਬਾ ਜੀ, ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੁੰਦਾ ਤੇ ਫਿਰ ਇਹ ਕਾਲੇ ਕਾਨੂੰਨ ਬਣਨੇ ਹੀ ਨਹੀਂ ਸੀ। ਉਹ ਅਕਾਲੀ ਦਲ ਨਹੀਂ ਹੈ, ਉਹ ਹੈ ਬਾਦਲ ਦਲ, ਜਿਹਨੂੰ ਸਿਰਫ ਤੇ ਸਿਰਫ ਕੁਰਸੀ ਪਿਆਰੀ ਹੈ, ਜਿਹਨੂੰ ਆਪਦਾ ਮਾਫੀਆ, ਆਪਦਾ ਕਾਰੋਬਾਰ ਪਿਆਰਾ ਹੈ। ਪੰਜਾਬ ਦੇ ਬੱਚਿਆਂ ਨਾਲ ਕੋਈ ਸਰੋਕਾਰ ਨਹੀਂ ਉਹਨਾਂ ਦਾ। ਜਿਹੜੀ ਉਹਨਾਂ ਨੇ ਇਹ ਟਸਲ ਬਣਾਈ ਹੈ, ਇਹ ਇਸੇ ਕਰਕੇ ਬਣਾਈ ਹੈ ਨਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ 3 ਕਾਲੇ ਕਾਨੂੰਨ ਲਿਆਉਣ ਵਾਲੇ ਤਾਂ ਇਹੀ ਹੈ। ਹੁਣ ਇਹ ਡਰਾਮਾ ਕਰ ਰਹੇ ਆ। ਰਾਜੇਵਾਲ ਸਾਹਿਬ ਦਾ ਜਿਹੜਾ ਸਟੈਂਡ ਸੀ ਬਿਲਕੁਲ ਸਹੀ ਸੀ, ਔਰ ਇਹ ਬਾਦਲ ਦਲ ਜਾਣ-ਬੁੱਝ ਕੇ ਪੰਜਾਬ ਦੇ ਵਿੱਚ ਖਰਾਬੀ ਕਰ ਰਿਹਾ ਤਾਂ ਕਿ ਇੱਥੇ ਰਾਸ਼ਟਰਪਤੀ ਰਾਜ ਲੱਗੇ ਤੇ ਫਿਰ ਇਹਨਾਂ ਦੇ ਜਿਹੜੇ ਮੋਦੀ ਸਾਹਿਬ ਆ ਉਹ ਸਿੱਧਾ ਡਾਇਰੈਕਟ ਕੰਟਰੋਲ ਕਰਨ ਤੇ ਇਸ ਜਿਹੜਾ ਅੰਦੋਲਨ ਨੂੰ ਢਾਹ ਪਹੁੰਚੇ। ਸੋ ਇਹ ਉਸ ਜਿਹੜਾ ਸੋਚ ਦਾ ਨਤੀਜਾ, ਪਰ ਹੋਣ ਨਹੀਂ ਦੇਵਾਂਗੇ। ਔਰ ਇਹ ਜਿਹੜਾ ਸੰਘਰਸ਼ ਹੈ ਪੂਰਾ ਦੇਸ਼ ਦੇ ਵਿੱਚ ਫੈਲ ਚੁੱਕਿਆ। ਔਰ ਕੱਲ੍ਹ ਦਾ ਜਿਹੜਾ ਬੰਦ ਸੀ ਉਹ ਬੜਾ ਸਫਲ ਹੋਇਆ। ਉਹਦੇ ਵਾਸਤੇ ਮੈਂ ਸਾਰੇ ਦੇਸ਼ ਦੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਦੁਕਾਨਦਾਰਾਂ ਨੂੰ, ਕਾਰੋਬਾਰੀਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ। ਔਰ ਬੜਾ ਵਧੀਆ। ਔਰ ਇਹਦੇ ਨਾਲ ਜਿਹੜਾ ਇੱਕ ਇਹਨਾਂ ਨਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬੀਜੇਪੀ ਨੇ ਕਿ ਇਕੱਲਾ ਪੰਜਾਬ ਤੇ ਹਰਿਆਣੇ ਦਾ ਅੰਦੋਲਨ ਆ, ਉਹ ਵੀ ਖਤਮ ਹੋ ਗਿਆ। ਹੁਣ ਇਹ ਦੇਸ਼ ਦਾ ਅੰਦੋਲਨ ਬਣ ਗਿਆ। ਔਰ ਇਹਦੇ ਸਾਹਮਣੇ ਜਲਦੀ, ਬਹੁਤ ਜਲਦੀ ਸਮਾਂ ਰਹਿੰਦੇ ਮੈਨੂੰ ਲੱਗਦਾ ਮੋਦੀ ਸਾਹਿਬ ਨੂੰ ਵੀ ਅਕਲ ਆ ਜਾਏਗੀ ਤੇ ਉਹ ਕਾਰਪੋਰੇਟਾਂ ਦੀ ਗ੍ਰਿਫਤ 'ਚੋਂ ਬਾਹਰ ਨਿਕਲ ਕੇ ਇਹ 3 ਕਾਲੇ ਕਾਨੂੰਨ ਵਾਪਸ ਲੈਣਗੇ ਤੇ ਔਰ MSP ਭਾਵੇਂ ਫਲਾਂ 'ਤੇ ਹੋਵੇ, ਸਬਜ਼ੀਆਂ 'ਤੇ, ਸਾਰੀਆਂ ਫਸਲਾਂ 'ਤੇ ਉਹਦੀ ਲੀਗਲ ਗਰੰਟੀ ਦੇਣਗੇ। ਕਾਂਗਰਸ ਦੀ ਨਵੀਂ ਸਰਕਾਰ ਤਾਂ ਬਣ ਗਈ, ਨਵੀਂ ਲੀਡਰਸ਼ਿਪ ਵੀ ਆ ਗਈ, ਨਵੇਂ ਵਜ਼ੀਰ ਵੀ ਬਣ ਗਏ, ਲੇਕਿਨ ਜਿਹੜਾ ਕਲੇਸ਼ ਕਾਂਗਰਸ ਦੇ ਵਿਚਕਾਰ ਚੱਲ ਰਿਹਾ, ਜਿਹੜਾ ਇਕੱਠਾ ਨਹੀਂ ਹੈ, ਉਹਨਾਂ ਦੇ ਗਰੁੱਪਸ ਡਿਵਾਈਡ ਹੋਏ ਨੇ, ਉਹ ਹਲੇ ਵੀ ਲਗਾਤਾਰ ਜਾਰੀ ਹੈ। ਦੇਖੋ, ਕਾਂਗਰਸ ਹੁਣ ਸੇਵਾ ਵਾਲੀ ਆਈਡੀਓਲੋਜੀ ਛੱਡ ਗਈ ਹੈ। ਕਾਂਗਰਸ ਦੇ ਵਿੱਚ ਲੜਾਈ ਕੁਰਸੀ ਦੀ ਹੈ। ਕਾਂਗਰਸ ਦੀ ਆਈਡੀਓਲੋਜੀ ਸੀ ਕਿਸੇ ਟਾਈਮ ਸੇਵਾ ਦੀ? ਬਿਲਕੁਲ ਸੀਗੀ ਜੀ, ਬਿਲਕੁਲ ਸੇਵਾ ਦੀ ਆਈਡੀਓਲੋਜੀ ਸੀ। ਕਰਦੇ ਰਹੇ ਆ, ਗਰੀਬਾਂ ਲਈ ਬਹੁਤ ਕੰਮ ਕੀਤਾ, ਗਰੀਬਾਂ ਨੂੰ ਘਰ ਬਣਾ ਕੇ ਦਿੱਤੇ, ਗਰੀਬਾਂ ਲਈ ਸਹੂਲਤਾਂ ਦਿੱਤੀਆਂ, ਤੁਹਾਡਾ ਭਾਖੜਾ ਡੈਮ ਬਣਿਆ, ਮਤਲਬ ਵੱਡੇ ਕੰਮ ਕੀਤੇ ਨੇ। ਗਲਤੀਆਂ ਵੀ ਕੀਤੀਆਂ ਇਹਨਾਂ ਨੇ, ਲੇਕਿਨ ਵੱਡੇ ਕੰਮ ਵੀ ਕੀਤੇ। ਲੇਕਿਨ ਹੁਣ ਤੇ ਸਿਰਫ ਕੁਰਸੀ ਦੀ ਖੇਡ ਹੈ ਜੀ। ਮਾਫੀਆ ਨੂੰ ਇਹਨਾਂ ਨੇ ਤਕੜਾ ਕੀਤਾ ਤੇ ਇਜ਼ਾਰੇਦਾਰੀ ਨੂੰ ਵਧਾਇਆ। ਮਤਲਬ ਉਸ ਪਾਸੇ ਆਪਾਂ ਜੇ ਦੇਖੀਏ ਵੀ ਕਾਂਗਰਸ ਨੇ ਨੁਕਸਾਨ ਹੀ ਕੀਤਾ ਸਾਰਾ। ਸੋ ਇਹਨਾਂ ਚੀਜ਼ਾਂ ਨਾਲ ਤਾਂ ਹੁਣ ਕੁਝ ਬਣਨ ਵਾਲਾ ਨਹੀਂ। ਔਰ ਲੋਕਾਂ ਨੂੰ ਇਹਦਾ ਪਤਾ ਲੱਗਿਆ, ਐਕਸਪੋਜ਼ ਹੋ ਗਏ ਸਾਰੇ ਇਹ, ਤੇ ਇਹ ਹੁਣ ਸਾਡੇ ਪੱਲੇ ਕੁਝ ਨਹੀਂ ਪਾ ਰਹੇ। ਹੁਣ ਪੰਜਾਬ ਦੇ ਲੋਕਾਂ ਨੇ ਸੋਚਣਾ ਵੀ ਇਹਨਾਂ ਨੂੰ ਚੱਲਦੇ ਕਿਵੇਂ ਕਰਨਾ। ਇੱਕ ਪਾਸੇ VIP ਕਲਚਰ ਦੇ ਖਾਤਮੇ ਦੀ ਗੱਲ ਕਰਦੇ ਨੇ ਮੁੱਖ ਮੰਤਰੀ ਸਾਹਿਬ, ਦੂਜੇ ਪਾਸੇ ਉਪ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਮੈਨੂੰ ਸਾਰੀਆਂ CM ਵਾਲੀਆਂ ਸਹੂਲਤਾਂ ਚਾਹੀਦੀਆਂ ਨੇ। ਦੇਖੋ ਜੀ, ਮੈਨੂੰ ਕੱਲ੍ਹ ਇੱਕ ਗੱਲ ਬੜੀ ਅਜੀਬੋ ਗਰੀਬ ਲੱਗੀ ਕਿ ਮੁੱਖ ਮੰਤਰੀ ਸਾਹਿਬ ਨੇ ਹੁਕਮ ਕੀਤਾ ਪਹਿਲਾਂ ਵੀ ਮੇਰੀ ਸਿਕਿਉਰਿਟੀ ਰਿਵਿਊ ਕੀਤਾ ਜਾਵੇ। ਜੇ ਮੁੱਖ ਮੰਤਰੀ ਨੇ ਹੁਕਮ ਕੀਤਾ ਹੋਵੇ ਤੇ ਰਿਵਿਊ ਨਾ ਹੋਵੇ, ਮੁੱਖ ਮੰਤਰੀ ਨੂੰ ਲੈਟਰ ਲਿਖਣਾ ਪਵੇ ਫਿਰ ਉਹਦੇ ਵਾਸਤੇ DGP ਨੂੰ, ਇਹ ਤਾਂ ਹੋ ਹੀ ਨਹੀਂ ਸਕਦਾ। ਇਹਦਾ ਇੱਥੋਂ ਪਤਾ ਲੱਗਦਾ ਹੈ ਸਿਰਫ ਤੇ ਸਿਰਫ ਪ੍ਰਸ਼ਾਂਤ ਕਿਸ਼ੋਰ ਦੁਆਰਾ ਦੱਸੇ ਹੋਏ ਇਹ ਥੀਏਟਰਿਕਸ ਹੈ। ਲੈਟਰ ਲਿਖਣਾ, ਮੁੱਖ ਮੰਤਰੀ ਲੈਟਰ ਕਿਉਂ ਲਿਖੇਗਾ? ਮੁੱਖ ਮੰਤਰੀ ਦਾ ਇਸ਼ਾਰਾ ਕਰੇਗਾ। ਮੁੱਖ ਮੰਤਰੀ ਦੇ ਇਸ਼ਾਰੇ 'ਤੇ ਕੰਮ ਹੁੰਦਾ। ਸੋ ਇਹ ਡਰਾਮੇ ਹੈ, ਔਰ ਡਰਾਮੇ ਪੰਜਾਬ ਦੇ ਲੋਕ ਸਮਝ ਗਏ। ਫਿਲਹਾਲ ਇੱਥੇ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ ਫਿਰ ਲੌਟਦੇ ਹਾਂ। ਸਾਡੇ ਨਾਲ ਅੱਜ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ MLA ਕੁਲਤਾਰ ਸਿੰਘ ਸੰਧਵਾ ਜੀ। ਬ੍ਰੇਕ ਤੋਂ ਬਾਅਦ ਬਾਈ ਦਾ ਅਖਾੜਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ MLA ਸੰਧਵਾ ਸਾਹਿਬ। ਸੰਧਵਾ ਸਾਹਿਬ, ਕਾਂਗਰਸ ਦੇ ਕਾਟੋ ਕਲੇਸ਼ ਦੀ ਤਾਂ ਗੱਲ ਕੀਤੀ ਅਸੀਂ। ਜੇਕਰ ਆਮ ਆਦਮੀ ਪਾਰਟੀ ਦਾ ਜ਼ਿਕਰ ਕਰੀਏ, ਆਮ ਆਦਮੀ ਪਾਰਟੀ ਦੇ ਵਿਚਕਾਰ ਵੀ 2017 ਦੀਆਂ ਚੋਣਾਂ ਦੇ ਦੌਰਾਨ ਕੁਰਸੀ ਨੂੰ ਲੈ ਕੇ ਹੀ ਟਸਲਬਾਜ਼ੀ ਨਜ਼ਰ ਆਈ, ਜਿਸ ਕਰਕੇ ਤੁਹਾਡੇ ਲੀਡਰਸ ਨੇ ਇਹ ਚੀਜ਼ ਮੰਨੀ ਵੀ ਕਿ ਅਸੀਂ ਇਲੈਕਸ਼ਨਸ ਹਾਰੇ ਤੇ ਓਪੋਜੀਸ਼ਨ ਦੀ ਕੁਰਸੀ ਤੇ ਬਹਿ ਗਏ। ਲੇਕਿਨ ਹੁਣ 2022 ਦੀਆਂ ਚੋਣਾਂ ਨੂੰ ਲੈ ਕੇ ਕੀ ਉਨ ਗਲਤੀਆਂ ਤੋਂ ਕੁਝ ਸਿੱਖਿਆ ਜਾਂ ਹੁਣ ਕੁਰਸੀ ਨੂੰ ਸਾਈਡ ਤੇ ਕਰਕੇ ਹੁਣ ਸੇਵਾ ਵਾਲਾ ਮੰਤਵ ਲੈ ਕੇ ਤੁਰੇ ਹੋ? ਦੇਖੋ ਜੀ, ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਸੇਵਾ ਵਾਲਾ ਮੰਤਵ ਲੈ ਕੇ ਚੱਲੀ ਹੈ। ਸਾਡੇ 'ਚ ਕਦੇ ਵੀ ਕੁਰਸੀ ਦੀ ਲੜਾਈ ਨਹੀਂ ਹੋਈ। ਤੁਹਾਡੇ ਲੀਡਰਸ ਨੇ ਮੰਨਿਆ? ਬਿਲਕੁਲ ਇਹ ਗਲਤ ਗੱਲ ਹੈ, ਜਿਹੜੇ ਮਤਲਬ ਬਿਲਕੁਲ ਗਲਤ ਗੱਲ ਹੈ। ਕਦੇ ਸਾਡੇ ਲੀਡਰ ਨੇ ਇਸ ਕਰਕੇ ਸਾਡੀ ਲੜਾਈ ਨਹੀਂ ਹੋਈ ਕਿ ਫਲਾਣੇ ਨੇ ਫਲਾਨੀ ਕੁਰਸੀ ਲੈਣੀ ਹੈ।
ਫਲਾਣੇ ਨੇ ਫਲਾਣੀ ਟਿਕਟ ਲੈਣੀ ਹੈ। ਜਿਹੜੇ ਕੋਈ ਇਸ ਤਰ੍ਹਾਂ ਦੇ ਸੀਗੇ ਥੋੜ੍ਹੇ ਬਹੁਤੇ, ਉਹ ਆਪਦਾ ਪਾਸੇ ਹੋ ਕੇ ਬਹਿ ਗਏ ਜੀ। ਉਹ ਐਡਜਸਟ ਹੀ ਨਹੀਂ ਹੁੰਦੇ ਆਮ ਆਦਮੀ ਪਾਰਟੀ ਦੇ। ਆਮ ਆਦਮੀ ਪਾਰਟੀ ਨੂੰ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਬਣਾਇਆ ਕਿ ਇਹਦੇ ਵਿੱਚ ਕੋਈ ਭੁੱਖ ਵਾਲਾ ਲਾਲਚ ਵਾਲਾ ਬੰਦਾ ਐਡਜਸਟ ਹੀ ਨਹੀਂ ਹੋ ਸਕਦਾ। ਦੂਜੀ ਗੱਲ ਮੈਨੂੰ ਇਹ ਸਮਝ ਨਹੀਂ ਆਉਂਦੀ, ਲੋਕ ਇਹ ਕਹਿ ਰਹੇ ਆ, ਲੋਕ ਨਹੀਂ ਜਿਹੜੇ ਮਤਲਬ ਜਿਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਖਲਦੀ ਸੀ, ਉਹ ਇਹ ਕਹਿ ਰਹੇ ਕਿ 2017 'ਚ ਆਮ ਆਦਮੀ ਪਾਰਟੀ ਹਾਰ ਗਈ, ਤੇ ਫਿਰ ਬਾਦਲ ਕਾ ਕੀ ਬਣਿਆ ਜੀ? ਕਮਾਲ ਦੀ ਗੱਲ ਹੈ। 70 ਸਾਲਾਂ ਦੀ ਇੱਕ ਤੀਜੀ ਧਿਰ ਲਿਆਉਣ ਦੀ ਪੰਜਾਬ ਦੇ ਲੋਕਾਂ ਦੀ ਸੋਚ ਉਹ ਆਮ ਆਦਮੀ ਪਾਰਟੀ ਦੀ ਪੂਰੀ ਕੀਤੀ। ਅਸੀਂ ਤਾਂ ਲੋਕਾਂ ਦੇ, ਪੰਜਾਬੀਆਂ ਦੇ ਸੱਚੇ ਪਾਤਸ਼ਾਹ ਦੇ ਸ਼ੁਕਰਗੁਜ਼ਾਰ ਆ ਕਿ ਸਾਨੂੰ ਵਿਰੋਧੀ ਧਿਰ 'ਚ ਬਿਠਾਇਆ। ਅਸੀਂ ਜਿੱਤ ਕੇ ਬੈਠੇ ਹਾਂ, ਹਾਰ ਕੇ ਨਹੀਂ ਬੈਠੇ। ਔਰ ਵਿਰੋਧੀ ਧਿਰ ਤੋਂ ਬਾਅਦ ਅਗਲਾ ਪਾਏਦਾਨ ਸਰਕਾਰ ਦਾ ਹੁੰਦਾ। ਔਰ ਅਣਜਾਣ ਤਾਂ ਜਵਾਕ ਨੂੰ ਕੋਈ ਸਾਈਕਲ ਨਹੀਂ ਫੜਾਉਂਦਾ ਜੀ, ਉਹਦਾ ਆਪਦੀਆਂ ਲੱਤਾਂ ਤੜਾ ਲੈਂਦਾ ਜਾਂ ਅਗਲੇ ਦੀ ਲੱਤਾਂ 'ਚ ਮਾਰਦਾ ਸਾਈਕਲ। ਅਸੀਂ ਅਣਜਾਣ ਸੀਗੇ। ਇਹ ਤਾਂ ਗੁਰੂ ਨੇ ਵਧੀਆ ਖੇਡ ਰਚਾਈ ਹੈ ਵੀ ਸਾਨੂੰ 5 ਸਾਲ ਦੀ ਟ੍ਰੇਨਿੰਗ ਦਿੱਤੀ, ਅਸੀਂ ਵਿਰੋਧੀ ਧਿਰ 'ਚ ਬੈਠੇ ਔਰ ਕੰਮ ਕੀਤੇ। ਔਰ ਜਿੰਨੇ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਆ, ਜਿੰਨੇ ਮੁੱਦੇ ਆਮ ਆਦਮੀ ਪਾਰਟੀ ਨੇ ਚੱਕੇ ਆ, 70 ਸਾਲਾਂ 'ਚ ਕਿਸੇ ਵੀ ਵਿਰੋਧੀ ਧਿਰ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਨਹੀਂ ਚੱਕੇ। ਸੋ ਅਸੀਂ ਪੂਰੀ ਤਰ੍ਹਾਂ ਟ੍ਰੇਨ ਆ, ਹੁਣ ਪੂਰੀ ਤਰ੍ਹਾਂ ਤਿਆਰ ਹੈ ਔਰ ਗੁਰੂ ਮਿਹਰ ਕਰੇਗਾ ਸਰਕਾਰ 'ਚ ਆਵਾਂਗੇ। 2022 ਨੂੰ ਲੈ ਕੇ ਏਜੰਡਾ ਕੀ ਹੈ ਆਮ ਆਦਮੀ ਪਾਰਟੀ ਦਾ? ਸੇਵਾ ਕਰਨੀ ਹੈ ਜੀ, ਔਰ ਇੱਕ ਐਸਾ ਮਾਹੌਲ ਬਣਾਉਣਾ ਹੈ ਕਿ ਮੁੱਖ ਮੰਤਰੀ ਜਾਵੇ, ਮੰਤਰੀ ਜਾਵੇ, MLA ਜਾਣ ਤਾਂ ਲੋਕਾਂ ਨੂੰ ਇਹ ਸਮਝਣ ਵੀ ਅਸੀਂ ਰੱਬ ਕੋਲ ਚੱਲੇ ਹਾਂ। ਹੱਥ ਜੋੜ ਕੇ ਜਾਣ, ਇਹਨਾਂ ਵਾਂਗੂ ਨਹੀਂ ਹਜ਼ਾਰ ਬੰਦਾ ਨਾਲ ਲੈ ਕੇ ਜਾਣ ਤੇ ਲੋਕ ਅੱਗੋਂ ਡਰਦੇ ਹੱਥੀ ਜੋੜੀ ਜਾਣ। ਹੱਥ ਜੋੜ ਕੇ ਜਾਣ ਔਰ ਤਿਆਰੀ ਕਰਕੇ ਜਾਣ ਵੀ ਅਸੀਂ ਉਹਨਾਂ ਨੂੰ ਜਵਾਬ ਕੀ ਦੇਣਾ ਹੈ। ਲੋਕ ਸਵਾਲ ਪੁੱਛਣਗੇ ਵੀ ਅਸੀਂ ਤੁਹਾਨੂੰ ਇਸ ਕਰਕੇ ਵੋਟ ਪਾਈ ਸੀ, ਇਸ ਕਰਕੇ ਮੰਤਰੀ ਬਣਾਇਆ, ਇਸ ਕਰਕੇ ਸਰਕਾਰ ਬਣਾਈ ਹੈ, ਤੁਸੀਂ ਕੀ ਕੀਤਾ। ਸੋ ਇਸ ਤਰ੍ਹਾਂ ਦਾ ਮਾਹੌਲ ਬਣਾਵਾਂਗੇ ਕਿ ਮੰਤਰੀਆਂ ਦੇ ਮਨ ਦੇ ਵਿੱਚ ਲੋਕਾਂ ਦਾ, ਜਨਤਾ ਜਨਾਰਦਨ ਦਾ ਭੈ ਹੋਏਗਾ ਔਰ ਇਹ ਕੰਮ ਕਰਨਗੇ। ਇਸ ਤਰ੍ਹਾਂ ਦਾ ਮਾਹੌਲ ਬਣਾਵਾਂਗੇ ਔਰ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਹੈ। ਅੱਜ ਹਾਲਾਤ ਇਹ ਹੈ ਵੀ ਸਾਡੇ ਆਪਣੇ ਬੱਚੇ, ਸਾਡਾ ਆਪਣਾ ਖੂਨ ਪੰਜਾਬ ਦੇ ਵਿੱਚ ਰਹਿ ਕੇ ਰਾਜੀ ਨਹੀਂ ਹੈ। ਇੰਨਾ ਮਾੜਾ ਹਾਲ ਹੈ। ਇਹ ਕਹਿੰਦੇ ਭਾਵੇਂ ਇੱਥੇ ਸਰਦਾਰੀ ਕਰਦੇ, ਨਹੀਂ, ਸਰਦਾਰੀ ਛੱਡ ਕੇ ਅਸੀਂ ਲੇਬਰ ਕਰਨੀ ਹੈ ਜਾ ਕੇ ਬਾਹਰ, ਆਪਦੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਨੇ। ਸੋ ਇਸ ਚੀਜ਼ ਨੂੰ ਠੱਲ ਪਾਉਣੀ ਹੈ ਔਰ ਠੱਲ ਤਾਂ ਪਏਗੀ ਜੇ ਸਰਕਾਰ ਬਣੇ। ਔਰ ਇੱਕੋ ਗੱਲ ਹੈ, ਇੱਥੇ ਇਮਾਨਦਾਰ ਸਰਕਾਰ ਦੀ ਕਮੀ ਹੈ, ਨਾ ਤਾਂ ਇੱਥੇ ਮੌਸਮ ਦੀ ਕਮੀ, ਨਾ ਮਿੱਟੀ ਮਾੜੀ ਹੈ, ਨਾ ਸਾਡਾ ਪਾਣੀ ਮਾੜਾ, ਨਾ ਸਾਡੇ ਲੋਕ ਮਾੜੇ ਆ। ਸਭ ਤੋਂ ਵਧੀਆ ਚੀਜ਼ਾਂ ਨੇ ਇੱਥੇ, ਲੋਕ ਸਭ ਤੋਂ ਵਧੀਆ ਮਿਹਨਤੀ। ਸਾਡੀ ਮਿੱਟੀ 'ਚ ਇੰਨੀ ਤਾਕਤ ਹੈ, ਤੁਰਿਆ ਜਾਂਦਾ ਬੀ ਕੇਰ ਦਿਓ ਉੱਗ ਪੈਂਦਾ ਇੱਥੇ। ਪਾਣੀ ਸਾਡਾ ਅੰਮ੍ਰਿਤ ਵਰਗਾ, ਇਹਨਾਂ ਨੇ ਜ਼ਹਿਰ ਬਣਾਤੀ ਉਹਦੇ 'ਚ। ਇਹ ਸਾਰੀਆਂ ਚੀਜ਼ਾਂ ਅਸੀਂ ਠੀਕ ਕਰਨਾ, ਵਾਤਾਵਰਨ ਠੀਕ ਕਰਨਾ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਔਰ ਸਾਡੀ ਜਿਹੜੀ ਜਵਾਨੀ ਬਾਹਰ ਜਾ ਰਹੀ ਹੈ ਉਹਨੂੰ ਇੱਥੇ ਰੋਕ ਕੇ ਇੱਥੋਂ ਦੇ ਰਾਜੇ ਬਣਾਉਣਾ ਹੈ। ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ? ਆਮ ਆਦਮੀ ਪਾਰਟੀ ਦਾ ਇੱਕ MLA ਹੋਏਗਾ ਔਰ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਅਸੀਂ ਉਹ ਅਨਾਊਂਸ ਕਰਾਂਗੇ। ਇਸ ਵਾਰ ਤਿਆਰੀ ਹੈ ਕਿ ਇਸ ਵਾਰ ਇਲੈਕਸ਼ਨਸ ਜਾਣ ਤੋਂ ਪਹਿਲਾਂ CM ਫੇਸ ਅਨਾਊਂਸ ਹੋਏਗਾ ਜਾਂ ਪਿਛਲੀ ਵਾਰ ਦੀ ਤਰ੍ਹਾਂ ਗਲਤੀ ਨੂੰ ਦੁਹਰਾਇਆ ਜਾਏਗਾ? ਨਹੀਂ, ਬਿਲਕੁਲ ਅਨਾਊਂਸ ਕਰਾਂਗੇ ਜੀ। ਉਹ ਗਲਤੀ ਸੀ, ਉਹ ਨਹੀਂ ਕੀਤਾ ਜਾਏ। ਖਬਰਾਂ ਨੇ ਕਿ ਭਗਵੰਤ ਮਾਨ ਦਾ ਵੀ ਹਾਈ ਕਮਾਂਡ ਦੇ ਨਾਲ ਕੁਝ ਮਤਭੇਦ ਚੱਲ ਰਿਹਾ। ਦੇਖੋ ਜੀ, ਭਗਵੰਤ ਮਾਨ ਜੀ ਸਾਡੇ ਪ੍ਰਧਾਨ ਨੇ। ਜੇ ਮਤਭੇਦ ਹੁੰਦਾ ਤਾਂ ਉਹ ਪ੍ਰਧਾਨ ਹੀ ਕਿਉਂ ਰਹਿੰਦੇ? ਕੋਈ ਮਤਭੇਦ ਨਹੀਂ ਹੈ, ਪਾਰਟੀ ਦੇ ਨਾਲ ਨੇ ਉਹ। ਔਰ ਜੋ ਵੀ ਫੈਸਲਾ ਲੈਣਾ ਹੈ ਮਾਨ ਸਾਹਿਬ ਨੇ ਔਰ ਅਰਵਿੰਦ ਕੇਜਰੀਵਾਲ ਜੀ ਨੇ, ਜਿਹੜੇ ਸਾਡੇ ਨੈਸ਼ਨਲ ਕਨਵੀਨਰ ਨੇ, ਉਹਨਾਂ ਨੇ ਲੈਣਾ। ਭਗਵੰਤ ਮਾਨ ਹੋ ਸਕਦੇ ਨੇ ਮੁੱਖ ਮੰਤਰੀ ਦਾ ਚਿਹਰਾ ਆਮ ਆਦਮੀ ਪਾਰਟੀ ਵੱਲੋਂ? ਇਹ ਤਾਂ ਮਾਨ ਸਾਹਿਬ ਦੱਸਣਗੇ ਜਾਂ ਆਪਣੇ ਅਰਵਿੰਦ ਕੇਜਰੀਵਾਲ ਸਾਹਿਬ ਦੱਸਣਗੇ ਜੀ। ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ, ਮੈਂ ਉੱਤੇ ਬੋਲ ਨਹੀਂ ਸਕਦਾ। ਹੁਣ 2022 'ਚ ਦੁਬਾਰਾ ਕੋਟਕਪੂਰਾ ਤੋਂ ਤੁਸੀਂ ਇਲੈਕਸ਼ਨਸ ਲੜਨ ਜਾ ਰਹੇ ਹੋ ਜਾਂ ਨਹੀਂ? ਬਿਲਕੁਲ। ਸਾਨੂੰ ਅਰਵਿੰਦ ਜੀ ਨੇ ਜਿਹੜੇ ਸਾਰੇ MLA ਸੀ, ਸਾਨੂੰ ਬੁਲਾ ਕੇ ਕਹਿ ਦਿੱਤਾ ਵੀ ਆਪਣੇ ਆਪਣੇ ਹਲਕੇ ਜਾ ਕੇ ਮਿਹਨਤ ਕਰੋ, ਬਾਹਰ ਨਹੀਂ ਨਿਕਲਣਾ, ਤੁਹਾਡਾ ਹਲਕਾ ਹੀ ਤੁਹਾਡਾ ਪੰਜਾਬ ਹੈ ਤੇ ਅਸੀਂ ਉੱਥੇ ਹਾਂ ਜੀ। ਬਿਲਕੁਲ। ਕਿਸਾਨੀ ਸੰਘਰਸ਼ ਨੂੰ ਲੈ ਕੇ ਤੁਸੀਂ ਲੜਾਈ ਵੀ ਲੜੀ ਆ, ਤੁਸੀਂ ਪ੍ਰੈਸ ਕਾਨਫਰੰਸ ਵੀ ਬਹੁਤ ਕੀਤੀਆਂ ਨੇ ਤੇ ਤੁਸੀਂ ਅੱਗੇ ਵੀ ਆਏ ਹੋ, ਸਰਕਾਰ ਦੇ ਖਿਲਾਫ ਵੀ ਤੁਸੀਂ ਬੋਲਬਾਣੀ ਕੀਤੀ ਹੈ। ਕਿਸਾਨੀ ਸੰਘਰਸ਼ 10 ਮਹੀਨੇ ਹੋ ਚੁੱਕੇ ਨੇ। ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ 70% ਪੰਜਾਬ ਜੋ ਕਿਸਾਨੀ ਤੇ ਡਿਪੈਂਡ ਹੁੰਦਾ, ਲੇਕਿਨ ਹੁਣ ਕਹਿੰਦੇ ਨੇ ਕਿ ਪ੍ਰਾਈਵੇਟਾਈਜੇਸ਼ਨ ਨੂੰ ਲਿਆਉਣਾ, ਜਿਸ ਚੀਜ਼ ਨੂੰ ਕਿਸਾਨ ਮੰਨਣ ਨੂੰ ਤਿਆਰ ਨਹੀਂ ਨੇ। ਸ਼੍ਰੋਮਣੀ ਅਕਾਲੀ ਦਲ ਵੀ ਇਸ ਦੀ ਹਮਾਇਤ ਕਰਦੀ ਹੈ, ਕਾਂਗਰਸ ਦੇ ਲੀਡਰਸ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ, ਉਹ ਵੀ ਹਮਾਇਤ ਕਰਦੇ ਹੈ। ਤੇ ਆਮ ਆਦਮੀ ਪਾਰਟੀ ਦਾ ਕੀ ਓਪੀਨੀਅਨ ਹੈ? ਉਹ ਕੀ ਕਹਿੰਦੇ ਨੇ ਕਿ ਅਗਰ ਤੁਸੀਂ ਕਹਿੰਦੇ ਹੋ ਕਿ ਅਸੀਂ ਸਰਕਾਰ ਬਣਾਵਾਂਗੇ 2022 'ਚ, ਪੱਕਾ ਇਹ ਪੱਕੀ ਗੱਲ ਹੈ, ਤੁਸੀਂ ਸ਼ੋਰ ਹੋ ਕਿ ਤੁਸੀਂ ਸਰਕਾਰ ਬਣਾਓਗੇ, ਸਰਕਾਰ ਆਉਂਦੀ ਹੈ ਤਾਂ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਮਨਾਓਗੇ ਜੀ? ਦੇਖੋ ਜੀ, ਅਸੀਂ ਸਾਰੀਆਂ ਫਸਲਾਂ ਤੇ MSP ਦਾ ਪ੍ਰਾਵਧਾਨ ਕਰਨਾ ਹੈ, ਭਾਵੇਂ ਉਹ ਫਲ ਹੋਣ, ਭਾਵੇਂ ਸਬਜ਼ੀਆਂ ਹੋਣ। ਔਰ ਇਹ ਸਟੇਟ ਗਵਰਨਮੈਂਟ ਅਗਰ ਉਹਦੀ ਨੀਤ ਹੋਵੇ ਉਹ ਕਰ ਸਕਦੀ ਹੈ। ਇੱਥੋਂ ਗੱਲ ਸ਼ੁਰੂ ਕਰਦੇ ਹਾਂ। ਦੂਜੀ ਗੱਲ, ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਸਾਰ
ਸਾਡੀ ਐਗਰੀਕਲਚਰ ਪਾਲਿਸੀ ਬਣੇਗੀ, ਇੱਕ ਪ੍ਰੋਪਰ ਰਿਟਨ ਡਾਕੂਮੈਂਟ ਹੋਏਗਾ। ਹੁਣ ਤਾਂ ਇਹਨਾਂ ਨੇ ਐਗਰੀਕਲਚਰ ਪਾਲਿਸੀ ਨਹੀਂ ਬਣਾਈ। ਔਰ ਤੀਜੀ ਗੱਲ, ਮੈਨੂੰ ਗੁਰੂ ਤੇ ਬਹੁਤ, ਮੈਂ ਗੁਰੂ ਦਾ ਸ਼ੁਕਰਗੁਜ਼ਾਰ ਹਾਂ, ਮੈਨੂੰ ਮਾਣ ਹੈ ਮੇਰੇ ਗੁਰੂ ਤੇ ਕਿ ਮੇਰੇ ਗੁਰੂ ਨੇ ਮੈਨੂੰ ਸੇਵਾ ਬਖਸ਼ੀ ਇਹ ਕਿ ਪੰਜਾਬ ਦੇ ਵਿੱਚ 3 ਕਾਲੇ ਕਾਨੂੰਨਾਂ ਦੀ ਜੇ ਵਿਧਾਨ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਕਿਸੇ ਨੇ ਗੱਲ ਕੀਤੀ ਹੈ ਤਾਂ ਕੁਲਤਾਰ ਸਿੰਘ ਸੰਧਵਾ 'ਤੇ ਕਿਰਪਾ ਕੀਤੀ ਹੈ, ਉਹ ਦਾਸ ਨੇ ਕੀਤੀ ਹੈ। ਔਰ ਇਕੱਲੇ ਬਿਆਨਬਾਜ਼ੀ ਨਹੀਂ ਕੀਤੀ, ਇਕੱਲੀ ਪ੍ਰੈਸ ਕਾਨਫਰੰਸ ਕੀਤੀ, ਹਰ ਐਕਟੀਵਿਟੀ ਦੇ ਵਿੱਚ ਭਾਗ ਲਿਆ ਪ੍ਰੋਪਰ। ਪਹਿਲਾਂ ਜਦੋਂ SKM ਵੱਲੋਂ ਕੋਈ ਪ੍ਰੋਪਰ ਮੈਸੇਜ ਨਹੀਂ ਆਉਂਦਾ ਸੀ ਤਾਂ ਅਸੀਂ ਆਪਦੇ ਤੌਰ 'ਤੇ ਕਰਦੇ ਸੀ। ਹੁਣ ਜਿਹੜਾ ਕਿਸਾਨਾਂ ਵੱਲੋਂ ਪ੍ਰੋਗਰਾਮ ਦਿੱਤਾ ਜਾਂਦਾ ਅਸੀਂ ਉਹਦੇ ਸ਼ਮੂਲੀਅਤ ਕਰਦੇ ਹਾਂ। ਤੁਸੀਂ ਕਿਹਾ ਕਿ ਅਸੀਂ ਸ਼ਮੂਲੀਅਤ ਵੀ ਕਰਦੇ ਹਾਂ, ਹਰ ਪਾਸੇ ਹੁੰਦੇ ਹਾਂ। ਪੰਜਾਬ ਦਾ ਅੱਧੇ ਤੋਂ ਵੱਧ ਕਿਹਾ ਜਾਏ ਤਾਂ ਕਿਸਾਨ, ਜੱਟ, ਜ਼ਿਮੀਂਦਾਰ ਜੋ ਇਸ ਵੇਲੇ ਦਿੱਲੀ ਸੜਕਾਂ ਤੇ ਬੈਠੇ ਹੋਏ ਨੇ, ਆਪਣੇ ਪੂਰੇ ਪਰਿਵਾਰ ਨੂੰ ਲੈ ਕੇ, ਆਪਣੇ ਬੱਚੇ, ਆਪਣੀ ਮਾਵਾਂ, ਆਪਣੀ ਬੀਬੀਆਂ ਨੂੰ ਲੈ ਕੇ ਉੱਥੇ ਜਾ ਕੇ ਸੜਕਾਂ ਤੇ ਬੈਠੇ ਹੋਏ ਨੇ। ਮੰਨੋ ਚਾਹੇ ਨਾ ਮੰਨੋ ਤੁਸੀਂ ਸਾਰੇ ਸਿਆਸਤਦਾਨ, ਲੇਕਿਨ ਪੰਜਾਬ ਦੀ ਆਉਣ ਵਾਲੀਆਂ ਚੋਣਾਂ ਤੇ ਇਸ ਕਿਸਾਨੀ ਸੰਘਰਸ਼ ਨੇ ਇੱਕ ਬਹੁਤ ਵੱਡੀ ਢਾਲ ਆਈ ਹੈ, ਜਿਸ ਨੂੰ ਪੂਰਾ ਕਰਨਾ ਸ਼ਾਇਦ ਤੁਹਾਡੇ ਸਿਆਸਤਦਾਨਾਂ ਲਈ ਔਖਾ ਹੋਊਗਾ। ਦੇਖੋ ਜੀ, ਜਿਹੜੇ ਤਾਂ ਹੈਗੇ ਬੇਈਮਾਨ ਲੋਕ, ਉਹਨਾਂ ਨੂੰ ਤਾਂ ਲੱਗੀ ਢਾਹ। ਜਿਹੜੇ ਇਮਾਨਦਾਰ ਲੋਕ ਨੇ ਉਹਨਾਂ ਨੂੰ ਤਾਕਤ ਮਿਲੀ ਹੈ ਇਹਦੇ ਨਾਲ। ਜਦੋਂ ਲੋਕ ਤਾਕਤ ਹੋਣਗੇ, ਆਮ ਆਦਮੀ ਪਾਰਟੀ ਚਾਹੁੰਦੀ ਕੀ ਹੈ? ਆਮ ਆਦਮੀ ਪਾਰਟੀ ਚਾਹੁੰਦੀ ਲੋਕ ਤਕੜੇ ਹੋਣ। ਸੋ ਆਮ ਆਦਮੀ ਪਾਰਟੀ ਦੇ ਏਜੰਡੇ ਨੂੰ ਤਾਕਤ ਮਿਲੀ ਹੈ। ਸਾਡੇ ਤਾਂ ਕੰਮ ਦਿਖਾਤੇ ਦਿੱਲੀ ਜਾ ਕੇ ਇਹਨਾਂ ਨੇ। ਔਰ ਇੱਕ ਗੱਲ, ਇਹ BJP ਦਾ ਦਿੱਤਾ ਹੋਇਆ ਨੈਰੇਟਿਵ ਹੈ ਵੀ ਉੱਥੇ ਇਕੱਲੇ ਜੱਟ ਜ਼ਿਮੀਂਦਾਰ ਬੈਠੇ ਆ, ਉੱਥੇ ਮਜ਼ਦੂਰ ਵੀ ਬੈਠੇ ਆ, ਉੱਥੇ ਆੜ੍ਹਤੀਏ ਵੀ ਬੈਠੇ ਆ, ਉੱਥੇ ਸਾਰੇ ਬੈਠੇ। ਸਾਰਾ ਪੰਜਾਬ, ਸਾਰੇ ਦੇਸ਼ ਦੇ ਸਾਰੇ ਖਿੱਤਿਆਂ ਦੇ ਲੋਕ ਬੈਠੇ ਆ, ਜਿਹੜੇ ਜਾ ਸਕਦੇ ਆ। ਜਿਹੜੇ ਪੁਲਿਸ ਮੁਲਾਜ਼ਮ ਆ ਉਹ ਵੀ ਆਪਦੀ ਤਨਖਾਹ ਦੇ ਵਿੱਚੋਂ ਹਿੱਸੇ ਭੇਜ ਰਹੇ ਆ, ਉੱਥੇ ਦਸਵੰਧ ਕੱਢ ਰਹੇ ਆ। ਉੱਥੋਂ ਦੇ ਭਾਵੇਂ ਕੋਈ ਦੁਕਾਨਦਾਰ ਆ, ਕੋਈ ਹਲਵਾਈ ਆ, ਹਰੇਕ ਬੰਦਾ ਆਪਦਾ ਹਿੱਸਾ ਪਾ ਰਿਹਾ ਉਹਦੇ 'ਚ। ਸੋ ਇਹ ਸਾਰਿਆਂ ਦਾ ਜਿਹੜਾ ਅੰਦੋਲਨ ਹੈ, ਔਰ ਇਸ ਅੰਦੋਲਨ ਨੇ ਆਮ ਆਦਮੀ ਪਾਰਟੀ ਨੂੰ ਤਕੜਾ ਕਰਤਾ। ਸਾਡੇ ਕੋਲ ਤਾਂ ਪੈਸੇ ਹੀ ਹੈ ਨਹੀਂ ਸੀ ਇੰਨੇ, ਸਾਡੇ ਕੋਲ ਇੰਨੇ ਸਾਧਨ ਹੀ ਹੈ ਨਹੀਂ ਸੀ ਕਿ ਅਸੀਂ ਦਿੱਲੀ 'ਚ ਕੀਤੇ ਹੋਏ ਕੰਮ ਇਹਨਾਂ ਨੂੰ ਦਿਖਾ ਦਿੰਦੇ। ਹੁਣ ਸਾਡੇ ਪੰਜਾਬੀ ਜਾ ਕੇ ਆਪ ਦੇਖ ਆਏ ਆ। BJP ਲੀਡਰ ਹਰਜੀਤ ਗਰੇਵਾਲ ਕਹਿੰਦੇ ਨੇ ਕਿ ਜਿਹੜੇ ਉੱਥੇ ਬੈਠੇ ਹੋਏ ਨੇ ਉਹ ਸਾਰੇ ਕਿਸਾਨੀ ਲੀਡਰ ਨਕਸਲਾਈਟ ਨੇ, ਕਮਿਊਨਿਸਟ ਨੇ, ਉਹ ਨੋਰਮਲ ਲੋਕ ਨਹੀਂ ਨੇ, ਅਨਪੜ੍ਹ ਨੇ ਤੇ ਬੇਵਕੂਫ ਨੇ। ਇਹ ਸਿਆਣੇ ਦਿੱਲੀ ਰਹਿ ਲਿਓ, ਫਿਰ ਤੂੰ ਪੰਜਾਬ ਨਾ ਆਇਓ। ਉਹ ਕਹਿੰਦੇ ਹੁਣ ਤਾਂ ਪੰਜਾਬ 'ਚ ਵੀ ਲੜਾਂਗੇ। ਕਹਿੰਦੇ ਮੇਰੀ ਸੀਟ ਰਾਜਪੁਰੇ ਤੋਂ ਹੈ, ਰਾਜਪੁਰੇ ਤੋਂ ਮੈਂ ਲੜ ਕੇ ਵਿਖਾਵਾਂਗਾ। ਉਹ ਦਿੱਲੀੋਂ ਬੈਠ ਕੇ ਲੜੂਗਾ, ਇੱਥੇ ਤਾਂ ਆਉਂਦਾ ਨਹੀਂ। ਕੈਪਟਨ ਸਾਹਿਬ ਦੇ ਬੋਲ ਕਾਂਗਰਸ ਛੱਡਣ ਤੋਂ ਬਾਅਦ ਉਹਨਾਂ ਦੀ ਬਿਆਨਬਾਜ਼ੀ ਤੁਹਾਡੀ ਨਜ਼ਰ ਵਿੱਚ ਹੈ, ਕਿਸ ਤਰੀਕੇ ਦੀ ਬਿਆਨਬਾਜ਼ੀ ਹੋ ਰਹੀ ਹੈ? ਕੈਪਟਨ ਸਾਹਿਬ ਹੁਣ ਕਹਿ ਰਹੇ ਨੇ ਕਿ ਆਰ-ਪਾਰ ਦੀ ਲੜਾਈ ਹੋਵੇਗੀ। ਤੁਹਾਨੂੰ ਕੀ ਲੱਗਦਾ ਆਰ-ਪਾਰ ਦੀ ਲੜਾਈ? ਕੈਪਟਨ ਸਾਹਿਬ BJP ਸ਼ਮੂਲੀਅਤ ਕਰਨਗੇ, ਆਪਣੀ ਅੱਡ ਪਾਰਟੀ ਬਣਾਉਣਗੇ, ਕਿਸ ਤਰੀਕੇ ਦਾ ਹੋਏਗਾ? ਯਾਨੀ ਇੱਕ ਹੋਰ ਫਰੰਟ ਹੋਏਗਾ 2022 ਦੇ ਵਿੱਚ, ਉਹ ਵੀ ਉਹ ਕੈਪਟਨ ਸਾਹਿਬ ਦਾ ਜਿਹੜੇ ਪੁਰਾਣੇ ਰਾਜਾ ਰਹੇ ਨੇ ਪੰਜਾਬ ਦੇ? ਦੇਖੋ ਜੀ, ਕੈਪਟਨ ਸਾਹਿਬ ਰਾਜਾ ਨਹੀਂ ਰਹੇ, ਉਹ ਤਾਂ ਐਵੇਂ ਖੁਸ਼ਾਮਦ ਕਰਕੇ ਬਣਾ ਦਿੰਦੇ ਲੋਕ। ਰਾਜਿਆਂ ਖਿਲਾਫ ਤਾਂ ਸਾਡੇ ਪੁਰਖਿਆਂ ਨੇ ਲੜਾਈਆਂ ਲੜੀਆਂ, ਅਤੇ ਇਹਨਾਂ ਦੀਆਂ ਉਹ ਜਿਹੜੀਆਂ ਜਗੀਰਾਂ ਉਹ ਖਤਮ ਕਰਾਈਆਂ, ਹੋ ਚੁੱਕੀਆਂ। ਇਹ ਤਾਂ ਹੁਣ ਮਤਲਬ ਖੁਸ਼ਾਮਦ ਕਰਨ ਵਾਸਤੇ ਲੋਕ ਉਹਨਾਂ ਨੂੰ ਕੋਈ ਰਾਜਾ ਕਹੀ ਜਾਂਦਾ, ਕੋਈ ਮਹਾਰਾਜਾ ਕਹੀ ਜਾਂਦਾ। ਔਰ ਜਿਹੜੀ ਆਰ-ਪਾਰ ਦੀ ਲੜਾਈ ਆ, ਇੱਕ ਗੱਲ ਤਾਂ ਕਲੀਅਰ, ਉਹ ਪੰਜਾਬੀਆਂ ਲਈ ਨਹੀਂ ਹੋਏਗੀ। ਆਪਦੀ ਕੁਰਸੀ ਲਈ, ਆਪਦੀ ਹਉਮੈ ਲਈ ਹੋ ਸਕਦੀ ਆ, ਔਰ ਉਹ ਉਹਨਾਂ ਨੂੰ ਮੁਬਾਰਕ ਕਰਨ। ਪਹਿਲਾਂ ਵੀ ਉਹ ਲੜਾਈ ਲੜਦੇ ਰਹੇ, ਕੁਰਸੀ ਦੀ ਲੜਾਈ ਸੀ ਜਾਂ ਮਾਫੀਆ ਨੂੰ ਤਕੜੇ ਕਰਨ ਦੀ ਲੜਾਈ ਸੀ। ਨਾ ਤਾਂ ਸਾਡਾ ਬੇਅਦਬੀ ਦਾ ਉਹਨਾਂ ਨੇ ਕੋਈ ਹੱਲ ਕੀਤਾ, ਨਾ ਕੋਈ ਚਿੱਟੇ ਨੂੰ ਨੱਥ ਪਾਈ। ਪਰਸੋਂ ਸਾਡੇ ਕੋਟਪੂਰੇ 2 ਡੈਥਾਂ ਹੋ ਗਈਆਂ ਚਿੱਟੇ ਨਾਲ। ਮਤਲਬ ਤੁਸੀਂ ਕਿਹੜਾ ਸ਼ਹਿਰ ਆ ਪੰਜਾਬ ਦਾ ਜਿੱਥੇ ਚਿੱਟੇ ਮਾਵਾਂ ਮਤਲਬ ਬਿਲਕਦੀਆਂ ਨਹੀਂ? ਮਾਵਾਂ ਹੱਥ ਜੋੜ ਬੇਨਤੀ ਕਰ ਰਹੀਆਂ ਲੋਕਾਂ ਨੂੰ, ਮੇਰੇ ਕੋਲੇ ਆਉਂਦੀਆਂ ਕਿ ਸਾਡੇ ਮੁੰਡੇ ਨੂੰ ਜੇਲ੍ਹ ਭੇਜ ਦਿਓ। ਤੰਗ ਕਰਦਾ, ਕੁੱਟਦਾ, ਸਾਡੇ ਕੰਨਾਂ 'ਚ ਵਾਲੀਆਂ ਕੱਢ ਕੇ ਵੇਚਤੀਆਂ, ਸਾਡੇ ਭਾਂਡੇ ਵੇਚੀ ਜਾਂਦੇ ਬੱਚੇ। ਆਹ ਹਾਲਾਤ ਕਰਤੇ। ਨਾ ਉਹਨਾਂ ਨੇ ਕਿਸਾਨਾਂ ਦਾ ਕੋਈ ਹੱਲ ਕੀਤਾ, ਕਰਪਸ਼ਨ ਉਹਨਾਂ ਨੇ ਬੰਦ ਨਹੀਂ ਕੀਤੀ, ਮੁਲਾਜ਼ਮਾਂ ਨੂੰ ਉਹਨਾਂ ਨੇ ਸੜਕਾਂ 'ਤੇ ਰੱਖਿਆ। ਜਿਹੜੇ ਨੌਜਵਾਨ ਬੱਚੇ ਆ ਉਹ ਮਤਲਬ ਕੋਈ ਪਲਾਨਿੰਗ ਹੀ ਨਹੀਂ। ਤੁਸੀਂ ਫਿਰ B.Ed ਕਰਾਉਣੇ ਕਿਉਂ ਹੈ ਜੇ ਕੁੱਟਣੇ ਆ ਤਾਂ? ਸੋ 5 ਸਾਲ ਇਹਨਾਂ ਨੇ ਤਬਾਹੀ ਕੀਤੀ ਹੈ। ਸੋ ਉਸ ਤਬਾਹੀ ਤੋਂ ਇਹ ਪਤਾ ਲੱਗਦਾ ਵੀ ਇਹਨਾਂ ਦੀ ਜਿਹੜੀ ਆਰ-ਪਾਰ ਦੀ ਲੜਾਈ ਇਹ ਆਪਦੇ ਖਾਤਰ ਹੋਏਗੀ, ਪੰਜਾਬ ਖਾਤਰ ਤਾਂ ਹੁਣ ਨਹੀਂ ਕਰੀ ਜਾਣ ਜੀ। ਇਹਨਾਂ ਦੀ ਕਾਂਗਰਸ ਦਾ ਨਾਸ ਹੋਣਾ ਇੱਥੇ। ਇਹਨਾਂ ਨੇ ਧੋਖਾਧੜੀ ਕੀਤੀ ਹੈ, ਸਹੁੰ ਖਾ ਕੇ ਇਹਨਾਂ ਨੇ ਧੋਖਾਧੜੀ ਕੀਤੀ ਹੈ, ਤਾਂ ਸੱਤਿਆਨਾਸ਼ ਹੋਣਾ ਇਹਨਾਂ ਦਾ ਹੋ ਜਾਏਗਾ। ਸੰਧਵਾ ਸਾਹਿਬ, ਤੁਸੀਂ ਉਸੇ ਕੌਂਸਟੀਚੁਐਂਸੀ ਦੇ MLA ਹੋ ਜਿੱਥੇ ਗੋਲੀकांड ਹੋਇਆ। ਲੋਕਾਂ ਦੇ ਮਨਾਂ ਦੇ ਵਿੱਚ ਇੱਕ ਲੋ ਜਗਾਈ ਜਾਂਦੀ ਹੈ, ਬੱਤੀ ਜਗਾਈ ਜਾਂਦੀ ਹੈ, ਫਿਰ ਉਹਨੂੰ ਫੂਕ ਮਾਰ ਕੇ ਬੁਝਾ ਦਿੱਤਾ ਜਾਂਦਾ ਹੈ। ਫਿਰ ਲੋ ਜਗਦੀ ਹੈ, ਫਿਰ ਫੂਕ ਮਾਰ ਕੇ ਬੁਝਾ ਦਿੱਤਾ ਜਾਂਦਾ। 5 ਸਾਲ ਤੁਹਾਨੂੰ ਵੀ ਹੋ ਗਏ ਹੈਗੀ, ਕਦੋਂ ਇਨਸਾਫ ਮਿਲਣਾ? ਤੁਸੀਂ ਲੜਾਈ ਕਿਸ ਤਰੀਕੇ ਦੇ ਨਾਲ ਲੜ ਰਹੇ ਹੋ ਆਪਣੀ ਕੌਂਸਟੀਚੁਐਂਸੀ ਵਾਸਤੇ, ਇਨਸਾਫ ਦਿਵਾਉਣ ਵਾਸਤੇ? ਬਹੁਤ ਵੱਡਾ ਗੋਲੀकांड ਹੈ। ਦੇਖੋ ਜੀ, ਸੱਥ ਤੋਂ ਲੈ ਕੇ ਸੰਸਦ ਤੱਕ, ਵਿਧਾਨ ਸਭਾ ਤੱਕ, ਹਰੇਕ ਫੋਰਮ 'ਤੇ ਅਸੀਂ ਆਪਦੀ ਗੱਲ ਕੀਤੀ ਹੈ ਜੋ ਸਾਡੀ ਤਾਕਤ ਦੇ ਵਿੱਚ ਸੀ। ਗੁਰੂ ਸਾਨੂੰ ਤਾਕਤ ਬਖਸ਼ਣ, ਅਤੇ ਅਸੀਂ ਇਹਦਾ ਬਿਲਕੁਲ ਹੱਲ ਕਰਕੇ ਦੇਵਾਂਗੇ।
ਔਰ ਗੁਰੂ ਸਾਹਿਬ ਨੇ ਮੌਕਾ ਬਖਸ਼ਿਆ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾ ਬਖਸ਼ਿਆ, ਆਪਣੇ ਸਰ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਜਿਹੜੇ ਕਿ ਆਨਰੇਬਲ ਮੁੱਖ ਮੰਤਰੀ ਆ, ਅਤੇ ਇਹ ਮੌਕੇ ਨੂੰ ਅਵੇਲ ਕਰਨ ਅਤੇ ਗੁਰੂ ਦੀ ਕਿਰਪਾ ਦੇ ਪਾਤਰ ਬਣਨ, ਇਹ ਇਸ ਚੀਜ਼ ਦਾ ਹੱਲ ਕਰਨ। ਹੱਲ ਹੋ ਸਕਦਾ, ਪਰ ਇਹ ਕਿਤੇ ਨਾ ਕਿਤੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਆ, ਇਸ ਕਰਕੇ ਹੱਲ ਨਹੀਂ ਕਰ ਰਹੇ। ਅਤੇ ਫਿਰ ਗੁਰੂ ਨੇ ਸਾਡੇ 'ਤੇ ਕਿਰਪਾ ਕਰਨੀ, ਅਸੀਂ ਬਿਲਕੁਲ ਇਹਦਾ ਹੱਲ ਕਰਾਂਗੇ। ਔਰ ਉਸ ਤੋਂ ਬਿਨਾਂ ਤਾਂ ਪੰਜਾਬ ਦੇ ਵਿੱਚ ਕੋਈ ਮਤਲਬ ਹੀ ਨਹੀਂ ਕੋਈ ਰਾਜਨੀਤਿਕ ਐਕਟੀਵਿਟੀ ਦੀ। ਅਸੀਂ ਹੱਲ ਕਰਾਂਗੇ, ਸਾਡੇ ਇਸ ਪ੍ਰਾਇਓਰਟੀ 'ਤੇ ਹੈ ਇਹ। ਔਰ ਇੰਨਾ ਕੁ ਮਾੜਾ ਲੱਗਦਾ ਕਿ ਸਾਡੇ ਗੁਰੂ ਦੀ ਬੇਅਦਬੀ ਸਾਡੇ ਪੰਜਾਬ ਦੇ ਵਿੱਚ ਹੋਈ ਔਰ ਅਸੀਂ ਬੇਵੱਸ ਹੋਏ ਪਏ ਹਾਂ। ਇਹ ਬਹੁਤ ਦੁੱਖ ਵਾਲੀ ਗੱਲ ਹੈ। ਸੋ ਅਸੀਂ ਤਾਂ ਲੱਗੇ ਹੋਏ ਹਾਂ, ਸੰਗਤ ਵੀ ਸਾਡੇ ਨਾਲ ਹੈ, ਕਰ ਰਹੇ ਹਾਂ। ਜਿਹਦੇ 'ਤੇ ਭਰੋਸਾ ਕਰੀਦਾ ਉਹ ਧੋਖਾ ਦੇ ਜਾਂਦਾ। ਗੁਰੂ ਮਿਹਰ ਕਰੇ ਵੀ ਅਸੀਂ ਲੋਕਾਂ ਦੀ ਆਸਾਂ 'ਤੇ ਪੂਰੇ ਉਤਰੀਏ। ਐਂਡ ਤੁਸੀਂ ਕਹਿੰਦੇ ਹੋ ਕਿ ਬੇਬਸ ਹੋਏ ਪਏ ਕਿ ਲੋਕ MLA ਕੋਲ ਇੰਨੀ ਪਾਵਰ ਵੀ ਨਹੀਂ ਹੈਗੀ ਕਿ ਆਪਣੀ ਕੌਨਸਟੀਚੁਐਂਸੀ ਜਿਹੜਾ ਸਭ ਤੋਂ ਵੱਡਾ ਕਾਂਡ ਹੋਇਆ ਆਪਣੇ ਗੁਰੂ ਦੀ ਬੇਦਬੀ ਉਹਦੇ ਲਈ ਹੱਕ ਦੇ ਲਈ ਇਨਸਾਫ ਲੈ ਸਕੇ। ਤੁਹਾਡੇ ਹੱਥ ਇਸ ਤਰੀਕੇ ਦੇ ਨਾਲ ਬੰਨੇ ਹੋਏ ਆ, ਇੱਕ MLA ਕੋਲ ਇੰਨੀ ਪਾਵਰ ਵੀ ਨਹੀਂ ਹੈਗੀ। ਦੇਖੋ ਜੀ, MLA ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਟਰੈਜ਼ਰੀ 'ਚ ਬੈਠਦੇ ਆ, ਸਰਕਾਰ ਦੇ ਵਾਲੇ MLA ਹੁੰਦੇ, ਇੱਕ ਹੁੰਦੇ ਆਪੋਜੀਸ਼ਨ ਵਾਲੇ। ਆਪੋਜੀਸ਼ਨ ਵਾਲੇ MLA ਨੂੰ ਸੰਵਿਧਾਨ ਨੇ ਸਿਰਫ ਇੰਨੀ ਕੁ ਪਾਵਰ ਦਿੱਤੀ ਆ ਕਿ ਉਹ ਮੁੱਦਾ ਚੱਕ ਸਕਦਾ, ਆਵਾਜ਼ ਚੱਕ ਸਕਦਾ, ਸੰਘਰਸ਼ ਕਰ ਸਕਦਾ, ਲੇਕਿਨ ਜਿਹੜੇ ਐਕਟ ਕਰਨਾ ਹੁੰਦਾ ਉਹ ਸਰਕਾਰ ਨੇ ਕਰਨਾ ਹੁੰਦਾ। ਹੁਣ ਲੋਕ ਫਿਰ ਸਾਨੂੰ ਐਕਟ ਕਰਨ ਵਾਲੀ ਥਾਂ 'ਤੇ ਬਿਠਾਉਣਗੇ ਅਤੇ ਅਸੀਂ ਬਿਲਕੁਲ ਉਹ ਕਰਕੇ ਦਿਖਾਵਾਂਗੇ। ਵੈਸੇ ਸਾਨੂੰ 1 ਰੁਪਈਏ ਦੀ ਖਰਚਣ ਦੀ ਪਾਵਰ ਨਹੀਂ ਹੈ, 1 ਰੁਪਈਆ ਨਹੀਂ ਸਾਨੂੰ, ਨਾ ਕੋਈ ਫੰਡ ਦਿੱਤਾ ਜਾਂਦਾ, ਨਾ ਕੋਈ ਪੋਲੀਟੀਕਲ ਪਾਵਰ ਹੈ, ਨਾ ਅਸੀਂ ਕਿਸੇ ਅਫਸਰ ਨੂੰ ਸਸਪੈਂਡ ਕਰ ਸਕਦੇ ਹਾਂ, ਨਾ ਕਿਸੇ ਨੂੰ ਬਦਲ ਸਕਦੇ ਹਾਂ, ਨਾ ਕਿਸੇ ਨੂੰ ਲਾ ਸਕਦੇ ਹਾਂ। ਜੇ ਸਾਡੇ ਕੋਲ ਕੋਈ ਪਾਵਰ ਹੁੰਦੀ ਤਾਂ ਹੁਣ ਨੂੰ ਤਾਂ ਹੱਲ ਹੋਇਆ ਹੋਣਾ ਸੀ। ਅਸੀਂ ਤਾਂ ਪਹਿਲੇ 6 ਮਹੀਨਿਆਂ 'ਚ ਕੰਮ ਖਤਮ ਕਰ ਦੇਣਾ ਸੀ ਜੀ। ਯਾਨੀ ਕਿ ਲੋਕ ਇਹ ਸਮਝ ਲੈਣ ਕਿ ਅਗਰ ਤਾਂ ਅਸੀਂ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਪਾ ਰਹੇ ਹਾਂ ਅਤੇ ਉਹ ਜੇਤੂ ਹੁੰਦਾ, ਅਗਰ ਤਾਂ ਉਹਦੀ ਪਾਰਟੀ ਸਰਕਾਰ ਬਣਾਉਂਦੀ ਤਾਂ ਸਾਡੀ ਬੱਲੇ ਬੱਲੇ, ਨਹੀਂ ਸਰਕਾਰ ਬਣਾਉਂਦੀ ਉਹਨਾਂ ਦੀ ਪਾਰਟੀ ਤਾਂ ਅਸੀਂ ਥੱਲੇ ਥੱਲੇ, ਸਾਡੇ ਕੋਈ ਕੰਮ ਨਹੀਂ ਹੋਣੇ, ਬਸ ਵੋਟ ਸਾਡੀ ਫਿਰ ਖਰਾਬ ਗਈ। ਦੇਖੋ, ਇਹਦੇ 'ਚ ਦੋ ਤਰ੍ਹਾਂ ਦੀ ਗੱਲ ਹੁੰਦੀ ਹੈ ਵੀ ਸਾਰੇ MLA ਸਰਕਾਰ ਦੇ ਨਹੀਂ ਬਣ ਸਕਦੇ ਹੁੰਦੇ। ਹਾਂ, ਜਿਹੜਾ ਵਿਰੋਧੀ ਧਿਰ ਦਾ MLA ਸਰਕਾਰ ਨਾਲ ਰਲੇ ਨਾ, ਇੰਨੀ ਕੁ ਲੋਕਾਂ ਨੂੰ ਆਪਦਾ ਸਿਸਟਮ ਬਣਾ ਕੇ ਰੱਖਣਾ ਚਾਹੀਦਾ ਵੀ ਭਾਈ ਜੇ ਇਹ ਬਣ ਕੇ ਨਾਲ ਰਲ ਗਿਆ ਫਿਰ ਉਹਨਾਂ ਦੀ ਦੁੱਖ ਤਕਲੀਫ ਕੌਣ ਉਠਾਊਗਾ? ਕੋਈ ਨਹੀਂ ਉਠਾ ਸਕਦਾ। ਸੋ ਵਿਰੋਧੀ ਧਿਰ ਦਾ ਇੱਕ ਆਪਦਾ ਅਹਿਮ ਰੋਲ ਹੁੰਦਾ। ਬਹੁਤ ਸਾਰੇ ਕੰਮ ਅਸੀਂ ਕੈਪਟਨ ਸਰਕਾਰ ਨੂੰ ਕਰਨ 'ਤੇ ਮਜਬੂਰ ਕੀਤੇ ਆ। ਬਹੁਤ ਸਾਰੇ ਕੰਮਾਂ ਵਾਸਤੇ ਇਹਨਾਂ ਦੀ ਨੀਂਦ ਹਰਾਮ ਕੀਤੀ ਹੈ, ਜਿਹਦੇ 'ਚ ਬੇਅਦਬੀ ਵਾਲਾ ਜਿਹੜਾ ਕੇਸ ਹੈ, ਇਹਦੇ 'ਤੇ ਵੀ ਅਸੀਂ ਇਹਨਾਂ ਨੂੰ ਮਤਲਬ ਇਹਨਾਂ ਨੂੰ ਨੀਂਦ ਨਹੀਂ ਆਉਣ ਦਿੱਤੀ, ਇਹਨਾਂ ਨੂੰ ਸੌਣ ਨਹੀਂ ਦਿੱਤਾ, ਇਹਨਾਂ ਨੂੰ ਟਿਕਣ ਨਹੀਂ ਦਿੱਤਾ। ਅਸੀਂ ਹਰ ਫੋਰਮ 'ਤੇ ਜਾ ਕੇ ਇਹਨਾਂ ਨੂੰ ਸਵਾਲ ਪੁੱਛਦੇ ਰਹੇ ਹਾਂ, ਕਿਉਂਕਿ ਲੋਕਾਂ ਦੀ ਮੈਮਰੀ ਬੜੀ ਸ਼ਾਰਟ ਹੈ। ਜੇ ਅਸੀਂ ਸਵਾਲ ਨਾ ਪੁੱਛਦੇ ਲੋਕਾਂ ਨੇ ਇਸ ਗੱਲ ਨੂੰ ਭੁੱਲ ਜਾਣਾ ਸੀ। ਲੇਕਿਨ ਬੇਅਦਬੀ ਇੱਕ ਐਸਾ ਨਾਸੂਰ ਹੈ ਜਿਹਨੂੰ ਕੋਈ ਵੀ ਨਹੀਂ ਭੁੱਲਦਾ। ਔਰ ਹਰ ਸ਼ਖਸ ਪੰਜਾਬ ਦਾ, ਭਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜਾਂ ਕਿਸੇ ਹੋਰ ਧਰਮ ਨੂੰ ਮੰਨਦਾ, ਲੇਕਿਨ ਗੁਰੂ ਸਾਹਿਬ ਪ੍ਰਤੀ ਸ਼ਰਧਾ ਜ਼ਰੂਰ ਹੈ ਔਰ ਇਸ ਚੀਜ਼ ਦਾ ਦਰਦ ਮਨ ਦੇ ਵਿੱਚ ਜ਼ਰੂਰ ਹੈ। ਸੋ ਇਹਨਾਂ ਤੋਂ ਅਸੀਂ ਗੁਰੂ ਸਾਹਿਬ ਤਾਕਤ ਬਖਸ਼ਣ, ਅਸੀਂ ਇਹਦਾ ਇਨਸਾਫ ਲੈ ਕੇ ਦੇਵਾਂਗੇ। ਔਰ ਬਤੌਰ ਆਪੋਜੀਸ਼ਨ ਜਿਹੜਾ ਵੀ ਸਾਡਾ ਫਰਜ਼ ਬਣਦਾ ਸੀ, ਅਸੀਂ ਕੋਸ਼ਿਸ਼ ਕੀਤੀ ਹੈ ਵੀ ਉਸ 'ਤੇ ਪੂਰੇ ਉਤਰੀਏ। ਔਰ ਮੈਨੂੰ ਲੱਗਦਾ ਵੀ ਲੋਕ ਇਸ ਚੀਜ਼ ਨੂੰ ਸਮਝਦੇ ਵੀ ਹੈ ਔਰ ਅਸੀਂ ਕੀਤਾ ਵੀ ਹੈ। ਸੋ ਇਹ ਸਨ ਸਾਡੇ ਨਾਲ ਕੁਲਤਾਰ ਸਿੰਘ ਸੰਧਵਾ ਜੀ, ਜਿਨ੍ਹਾਂ ਨੇ तमाम ਸਵਾਲਾਂ ਦੇ ਜਵਾਬ ਦਿੱਤੇ, ਜਿਨ੍ਹਾਂ ਨੇ ਦਾਅਵਾ ਵੀ ਕੀਤਾ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਪੂਰਨ ਤੌਰ 'ਤੇ ਆਪਣੀ ਸਰਕਾਰ ਜ਼ਰੂਰ ਬਣਾਏਗੀ ਅਤੇ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਉਹਨਾਂ ਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਜ਼ਰੂਰ ਦੇਗੀ। ਸਰ, ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢਣ ਦੇ ਲਈ। ਬਹੁਤ ਧੰਨਵਾਦ ਜੀ, ਥੈਂਕ ਯੂ। ਸੋ ਅਗਲੇ ਹਫ਼ਤੇ ਹੋਵਾਂਗੇ ਫਿਰ ਹਾਜ਼ਰ ਇੱਕ ਹੋਰ ਨਵੀਂ ਸ਼ਖਸੀਅਤ ਦੇ ਨਾਲ, ਨਵੇਂ ਸਿਆਸਤਦਾਨ ਦੇ ਨਾਲ। ਤਦ ਤੱਕ ਤੁਸੀਂ ਬਣੇ ਰਹੋ ਦੇਸ਼ ਦੁਨੀਆ ਦੀ ਤਾਜ਼ਾ ਤਰੀਨ ਖਬਰਾਂ ਦੇ ਲਈ ਸਾਂਝਾ TV ਦੇ ਨਾਲ। ਮੈਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ।